ਤੇ ਸਾਰਿਆਂ ਨੂੰ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਨਮਸਕਾਰ, ਵੈਲਕਮ। ਬਹੁਤ ਤੁਹਾਡਾ ਪਿਆਰ। ਔਰ ਪਹਿਲਾ ਇੰਟਰੋਡਕਸ਼ਨ, ਡਾਕਟਰ ਰਵੀ ਗਰਗ, ICCRC ਮੈਂਬਰ, ਡਾਇਰੈਕਟਰ ਪਾਇਨੀਅਰ ਇਮੀਗ੍ਰੇਸ਼ਨ, 2003 ਤੋਂ ਪਾਇਨੀਅਰ ਇਮੀਗ੍ਰੇਸ਼ਨ, 12 ਆਫਿਸ ਇੰਡੀਆ ਦੇ ਵਿੱਚ ਤੁਹਾਡੀ ਸੇਵਾਵਾਂ ਦੇ ਵਿੱਚ, ਖਾਸ ਤੌਰ ਤੇ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ, ਔਰ ਕੈਨੇਡਾ ਦੇ ਵਿੱਚ 2 ਆਫਿਸ, ਬਰੈਂਪਟਨ ਦੇ ਵਿੱਚ ਔਰ ਸੈਸਕੈਟੂਨ ਦੇ ਵਿੱਚ। ਤੇ 100% ਓਨੈਸਟ, ਟਰਾਂਸਪੇਰੈਂਟ, ਜੈਨੂਅਨ, ਲੀਗਲ ਔਰ ਕੇਅਰਿੰਗ ਸਰਵਿਸਿਜ਼। ਇੱਕ ਸੁਪਨਾ ਸੀ ਕਿ ਕੋਈ ਵੀ ਕੰਮ ਕਰੀਏ ਅਸੀਂ, ਚਾਹੇ ਕੋਈ ਪ੍ਰਾਪਰਟੀ ਖਰੀਦੀਏ, ਚਾਹੇ ਅਸੀਂ ਸੋਨਾ ਲੈਣ ਜਾਈਏ, ਚਾਹੇ ਕੋਈ ਹੋਰ ਕੰਮ ਕਰੀਏ, ਕੋਈ ਕੁਛ ਵੀ ਖਰੀਦੀਏ, ਤੇ ਫਰਨੀਚਰ ਲੈਣ ਜਾਈਏ, ਘਰ ਖਰੀਦਣ ਜਾਈਏ, ਕੁਛ ਵੀ, ਤੇ ਇਹੀ ਫੀਲਿੰਗ ਹੁੰਦੀ ਹੈ ਕਿ ਪਤਾ ਨਹੀਂ ਕੋਈ ਮਾਰੇਗਾ ਕਿ ਛੱਡੇਗਾ ਅਗਲਾ। ਤੇ ਜਿਹੜੇ ਕੋਲ ਆਪਾਂ ਜਾਂਦੇ ਹਾਂ ਉਹ ਤਾਂ ਐਕਸਪਰਟ ਹੁੰਦਾ ਆਪਣੇ ਫੀਲਡ ਦਾ, ਸਾਨੂੰ ਨਹੀਂ ਪਤਾ ਹੁੰਦਾ ਕੁਛ। ਤੇ ਸਾਨੂੰ ਬਸ ਇੱਕ ਰੱਬ ਨੂੰ ਦੁਆ ਹੀ ਕਰੀਦੀ ਹੈ ਵੀ ਚਲੋ ਚੰਗਾ ਬੰਦਾ ਮਿਲ ਜਾਵੇ। ਤੇ ਇਹ ਖੁਆਇਸ਼ ਸੀਗੀ ਕਿ ਕਿਉਂ ਨਹੀਂ, ਇਹ ਕੋਈ ਵੱਡੀ ਗੱਲ ਨਹੀਂ ਹੈ, ਐਕਚੁਅਲੀ ਹੈ ਤਾਂ ਬੜੀ ਮਾੜੀ ਗੱਲ ਕਿ 1000 ਚੋਂ ਇੱਕ ਬੰਦਾ ਹੀ ਵਧੀਆ ਮਿਲਦਾ ਓਨੈਸਟ। ਲੇਕਿਨ ਇਹਦੇ 'ਚ ਖਾਸ ਗੱਲ ਤਾਂ ਕੁਛ ਨਹੀਂ, ਕਿਉਂਕਿ ਸਾਡੇ ਸਾਰੇ ਗੁਰੂਆਂ ਨੇ, ਰੱਬ ਨੇ ਔਰ ਧਰਮਾਂ ਨੇ ਇਹੀ ਸਿਖਾਇਆ ਕਿ ਰੱਬ ਦੇ ਬੰਦੇ ਬਣਨਾ ਹੈ, ਸਾਫ ਸੁਥਰੇ, ਮਤਲਬ ਕਿ ਓਨੈਸਟ, ਸਿੰਸੀਅਰ, ਸੱਚ ਬੋਲਣਾ ਹੈ। ਔਰ ਕੈਨੇਡਾ, ਵੈਸਟਰਨ ਕੰਟਰੀਜ਼ ਦੇ ਵਿੱਚ, ਦੂਸਰੇ ਕੰਟਰੀਆਂ ਦੇ ਵਿੱਚ ਕਾਫੀ ਹੱਦ ਤੱਕ ਇਹ ਚੀਜ਼ਾਂ ਹੈਗੀਆਂ ਨੇ। ਫੋਰ ਐਗਜ਼ਾਮਪਲ ਕਿ 1% ਵੀ ਜਿਹੜੀ ਹੈਗੀ ਹੈ ਕਰਪਸ਼ਨ ਨਹੀਂ ਹੈਗੀ। ਪੁਲਿਸ ਜਿਸ ਤੋਂ ਅਸੀਂ ਰੱਖਿਆ ਦੀ ਉਮੀਦ ਕਰਦੇ ਹਾਂ, ਮਤਲਬ ਹੀ ਨਹੀਂ ਕਿ ਗੜਬੜ ਕਰ ਜਾਵੇ। ਤੇ ਜਿਹੜਾ ਸੱਚਾ ਉਸ ਦਾ ਸਾਥ, ਜਿਹੜਾ ਮਾੜਾ ਹੈਗਾ ਉਸ ਨੂੰ ਸਜ਼ਾ। ਇੱਥੇ ਜਿਹੜਾ ਹੈਗਾ ਹਾਲੇ ਸਾਨੂੰ ਰੱਬ ਦੀ ਕਿਰਪਾ ਦੀ ਲੋੜ ਹੈਗੀ ਇੰਡੀਆ ਦੇ ਵਿੱਚ ਕਿ ਕਰਪਸ਼ਨ ਕਾਫੀ ਜ਼ਿਆਦਾ ਹੈਗੀ ਹੈ। ਔਰ ਵਾਹਿਗੁਰੂ ਮਿਹਰ ਕਰੇ, ਆਪਾਂ ਸਾਰੇ ਮਿਲ ਕੇ ਦੁਆ ਕਰੀਏ ਕਿ ਸਾਡਾ ਕੰਟਰੀ ਵੀ ਬਾਕੀ ਕੰਟਰੀਆਂ ਨਾਲੋਂ ਵੀ ਜਿਹੜਾ ਕਿ ਅਦਰਵਾਈਜ਼ ਬਹੁਤ ਅੱਗੇ ਹੈਗਾ ਇਸ ਵਕਤ ਵੀ, ਤੇ ਇਸ ਕੰਮ ਦੇ ਵਿੱਚ ਜਿਹੜਾ ਕਰਪਸ਼ਨ ਖਤਮ ਹੋ ਜਾਵੇ ਹੌਲੀ ਹੌਲੀ ਕਰਕੇ। ਵਾਹਿਗੁਰੂ ਮਿਹਰ ਕਰੇ, ਕੁਛ ਵੀ ਇੰਪੋਸੀਬਲ ਨਹੀਂ ਹੁੰਦਾ। ਟੈਕਨੋਲੋਜੀ ਨੇ ਅੱਜ ਦੇ ਦਿਨ ਬਹੁਤ ਕੁਝ ਵਧੀਆ ਕਰ ਦਿੱਤਾ ਔਰ ਅੱਗੇ ਵੀ ਕਰੀਏ। ਤੇ ਇਹ ਗੱਲਾਂ ਤੇ ਮੇਰੇ ਦਿਲ ਦੀਆਂ ਗੱਲਾਂ ਹੁੰਦੀਆਂ ਨੇ, ਕਦੇ ਕਦੇ ਥੋੜ੍ਹੀ ਜਿਹੀਆਂ ਕਰੀਦੀਆਂ, ਲੇਕਿਨ ਤੁਸੀਂ, ਮੈਨੂੰ ਪਤਾ ਹੈ ਕਿ ਜ਼ਿਆਦਾ ਉਮੀਦ ਤਾਂ ਮੇਰੇ ਕੋਲ ਇਮੀਗ੍ਰੇਸ਼ਨ ਦੇ ਅਪਡੇਟਸ ਦੀ ਹੁੰਦੀ ਹੈ। ਫਿਰ ਵੀ ਇਹ ਗੱਲਾਂ ਤੋਂ ਬਗੈਰ ਵੀ ਨਹੀਂ, ਕਿਉਂਕਿ ਓਨੈਸਟੀ ਨਹੀਂ ਤਾਂ ਕੁਛ ਵੀ ਨਹੀਂ। ਅੱਜ ਵੀਜ਼ਾ ਦੀ ਗੱਲ ਕਰੀਏ ਤੇ ਪੈਕੇਜ ਚੱਲਦੇ ਨੇ, ਆਫਟਰ ਵੀਜ਼ਾ ਸਰਵਿਸਿਜ਼ ਚੱਲਦੀਆਂ ਨੇ, ਇੰਨੇ ਅੱਛੇ। ਮੈਂ ਇਕੱਲਾ ਤਾਂ ਨਹੀਂ ਦੁਨੀਆ ਦੇ ਵਿੱਚ ਓਨੈਸਟ, ਹੋਰ ਵੀ ਦੁਨੀਆ ਹੈਗੀ ਹੈ। ਤੇ ਇੰਨੇ ਚੰਗੇ, ਓਨੈਸਟ, ਪੜ੍ਹੇ ਲਿਖੇ, ਸਿਆਣੇ ICCRC ਮੈਂਬਰ, ਪੁਰਾਣੀਆਂ ਕੰਪਨੀਆਂ ਦੇ ਹੁੰਦੇ ਹੋਏ ਵੀ, ਕੱਲ੍ਹ ਵੀ ਮੇਰੇ ਕੋਲ ਆਇਆ ਕੋਈ ਬੰਦਾ ਕਿ ਮਾੜੇ ਕੰਸਲਟੈਂਟ ਕੋਲੇ ਇਹੋ ਜਿਹੇ ਕਾਲਜ ਵਿੱਚ ਵੀਜ਼ਾ ਲਵਾ ਰਿਹਾ ਸੀ ਜਿੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਹੈਗਾ, ਔਰ 100 ਸਭ ਗੜਬੜੀਆਂ ਕਰਕੇ, ਟੇਢਾ ਮੇਢਾ ਕੰਮ, ਔਰ ਅਖੀਰ ਭਟਕ ਕੇ ਧੱਕੇ ਖਾ ਕੇ ਉਹਨੂੰ ਇਹ ਵੀ ਨਹੀਂ ਦੱਸਿਆ ਗਿਆ, ਮਤਲਬ ਉਹਦੇ ਕੋਲੋਂ ਪੈਸੇ ਲੈ ਲਏ 4.5 ਲੱਖ ਰੁਪਈਏ। ਉਸ ਤੋਂ ਬਾਅਦ ਉਹਨੂੰ 3.5 ਲੱਖ ਰੁਪਈਆ ਮੋੜ ਦਿੱਤਾ ਔਰ ਉਹ ਕਹਿੰਦੇ ਜੀ ਤੇਰੀ ਫਾਈਲ ਕੈਂਸਲ ਹੋ ਗਈ। ਇਹ ਵੀ ਨਹੀਂ ਪਤਾ ਕਿ ਵੀਜ਼ਾ ਲੱਗਿਆ ਕਿ ਰਿਫਿਊਜ਼ ਹੋ ਗਿਆ, ਮਤਲਬ ਕਿ ਰਿਫਿਊਜ਼ਲ ਵੀ ਨਹੀਂ ਦਿੱਤੀ ਗਈ ਉਹਨੂੰ। ਸੋ ਇਹ ਇੰਨਾ ਮਾੜਾ ਹਾਲ ਕਰਕੇ ਕਿ ਅਲੱਗ-ਅਲੱਗ ਤਰੀਕੇ ਨੇ ਠੱਗੀਆਂ ਮਾਰਨ ਦੇ। ਲੇਕਿਨ ਮੈਨੂੰ ਇਸ ਗੱਲ ਦਾ ਗੁੱਸਾ ਜਿਹੜਾ ਹੈਗਾ, ਨਾਰਾਜ਼ਗੀ ਕੰਸਲਟੈਂਟਸ ਤੇ ਤਾਂ ਹੈਗੀ ਹੈ ਜਾਂ ਹੋਰ ਦੁਨੀਆ ਦੇ ਜਿਹੜੇ ਕਿ ਕਰਪਸ਼ਨ ਕਰਦੇ ਨੇ, ਨਾਲ ਕਲਾਇੰਟਸ ਤੇ ਵੀ ਹੁੰਦੀ ਹੈ ਵੀ ਤੁਸੀਂ ਇਹੋ ਜਿਹੇ ਕਿਹੜੇ ਚੱਕਰਾਂ 'ਚ ਪੈ ਜਾਂਦੇ ਹੋ। ਕਿਉਂ ਨਹੀਂ ਤੁਸੀਂ ਕੋਈ ਚੰਗਾ ਕੰਸਲਟੈਂਟ ਲੱਭਦੇ? ਇਹਦਾ ਸਾਰਾ ਜਮਾ ਜ਼ਿਆਦਾ ਤੁਹਾਡੇ ਸਿਰ ਤੇ ਹੈਗਾ। ਔਰ ਜਿਹੜੇ ਆਪਾਂ ਮਾੜੇ ਕੰਸਲਟੈਂਟ ਨੂੰ ਚੂਜ਼ ਕਰਦੇ ਹੈਗੇ ਆ, ਠੱਗੀਆਂ ਵਾਲੇ ਜਿਹੜੇ ਡਿਸਓਨੈਸਟ, ਅਸੀਂ ਉਹਨਾਂ ਦੇ ਕੰਮ ਨੂੰ ਵਧਾਵਾ ਦਿੰਦੇ ਹਾਂ। ਜਦੋਂ ਆਪਾਂ ਉਹਨਾਂ ਨੂੰ ਚੂਜ਼ ਹੀ ਨਹੀਂ ਕਰਨਾ ਤੇ ਫਿਰ ਉਹਨਾਂ ਦਾ ਕੰਮ ਚੱਲਣਾ ਹੀ ਨਹੀਂ, ਤੇ ਫਿਰ ਉਹਨਾਂ ਦਾ ਆਪੇ ਹੀ ਜਿਹੜਾ ਸਾਰਾ ਸਿਸਟਮ ਡਾਊਨ ਹੋ ਜਾਣਾ। ਸੋ ਇਹ ਸਾਡੇ ਵਰਗਿਆਂ ਨੂੰ, ਜਿਹੜੇ ਚੰਗੇ ਕੰਸਲਟੈਂਟ ਨੇ, ਇਹੋ ਜਿਹੇ ਜਿਹੜੇ ਠੱਗੀਆਂ ਮਾਰਦੇ ਨੇ, 20-20, 25-25 ਲੱਖ ਦੇ, 15 ਲੱਖ ਦੇ ਪੈਕੇਜ ਕਰਦੇ ਨੇ, ਜਿਹੜਾ ਕਿ ਬਾਅਦ ਬੱਚਿਆਂ ਨੂੰ ਜਾ ਕੇ ਪਤਾ ਲੱਗਦਾ ਕਾਲਜ ਦੀ ਫੀਸ ਵੀ ਨਹੀਂ ਪੇ ਹੋਈ। ਮੈਂ ਉੱਥੇ ਕੈਨੇਡਾ ਦੇ ਵਿੱਚ ਹੁਣੇ ਰੀਸੈਂਟਲੀ ਆਇਆ ਹੈਗਾ, ਕੈਨੇਡਾ ਦੇ ਵਿੱਚ ਬੱਚੇ ਕੰਟੈਕਟ ਕਰਦੇ ਆ ਕਿ ਪੈਕੇਜ ਕੀਤਾ ਸੀ ਜੀ, 15 ਲੱਖ ਦਿੱਤੇ, 20 ਲੱਖ ਦਿੱਤੇ, ਤੇ ਕਾਲਜ ਦੀ ਫੀਸ ਵੀ ਕੰਸਲਟੈਂਟ ਕਹਿੰਦਾ ਸੀ ਮੈਂ ਪੇ ਕੀਤੀ ਆ, ਲੇਕਿਨ ਇੱਥੇ ਆ ਕੇ ਕਾਲਜ ਕਹਿੰਦਾ ਜੀ ਫੀਸ ਨਹੀਂ ਪੇ ਕੀਤੀ।
ਤੇ ਇਹ ਜਿਹੜਾ ਹੈਗਾ ਵਿਚਾਰੇ ਬੱਚੇ ਨਾ ਇੱਧਰ ਦੇ ਤੇ ਨਾ ਉੱਧਰ ਦੇ, ਇੱਧਰੋਂ ਘਰ ਵੇਚਿਆ ਹੁੰਦਾ, ਸੋਨਾ ਵੇਚਿਆ ਹੁੰਦਾ, ਸਾਰਾ ਕੁਝ ਵੇਚ ਕੇ ਗਏ ਹੁੰਦੇ ਆ ਤੇ ਵਿਚਾਰੇ ਨਾ ਔਰ ਈਵਨ ਕਿ ਮਾਂ ਪਿਓ ਨੂੰ ਵੀ ਨਹੀਂ ਦੱਸ ਪਾਉਂਦੇ ਕਿ ਵੀ ਸਾਨੂੰ ਇਹ ਤਕਲੀਫਾਂ ਚੱਲਦੀਆਂ ਪਈਆਂ, ਤੇ ਫਿਰ ਡਿਪਰੈਸ਼ਨ ਹੁੰਦਾ। ਸਾਰੇ ਨਹੀਂ, ਕੋਈ ਔਰ ਡਿਪਰੈਸ਼ਨ ਹੋਏਗਾ, ਬੱਚੇ ਅਪਸੈਟ ਹੋਣਗੇ ਤੇ ਦੱਸੋ ਕੀ ਹਾਲ ਹੋਏਗਾ। ਤੁਸੀਂ ਮਤਲਬ ਇਹ ਤਾਂ ਝਲਕੀਆਂ ਨੇ, ਗੱਲਾਂ ਤੇ ਬਹੁਤ ਲੰਬੀਆਂ ਜੁੜੀਆਂ ਨੇ, ਸਾਰਾ ਆਪਾਂ ਨੂੰ ਕਈ ਘੰਟੇ ਨਿਕਲ ਜਾਣੇ ਇਹਨਾਂ ਗੱਲਾਂ ਕਰਨ ਦੇ। ਲੇਕਿਨ ਮੁੱਕਦੀ ਗੱਲ ਇਹ ਹੈ ਕਿ ਆਪਾਂ ਰਾਈਟ ਕੰਸਲਟੈਂਟ ਚੂਜ਼ ਕਰਨਾ, ਥੋੜੀ ਜਿਹੀ ਰਿਸਰਚ ਕਰੋ, ਇੰਟਰਨੈਟ ਦੇਖੋ, ਕੰਪਨੀ ਦੇ ਦੇਖੋ, ਔਰ ਖਾਸ ਤੌਰ ਤੇ ਇਹ ਬਿਲਕੁਲ ਧਿਆਨ ਦੇਣਾ ਹੈਗਾ ਕਿ ਸਾਡੇ ਆਫਿਸ ਸਾਰੇ ਸਿੰਪਲ ਨੇ, ਅਸੀਂ ਕੋਈ ਕੰਪੀਟੀਸ਼ਨ ਕਿਸੇ ਕੋਲੋਂ ਨਹੀਂ ਕਰਨਾ। ਵੱਡੇ ਘੈਂਟ ਵੱਡੇ ਨੋਟ ਜੜੇ ਹੋਏ ਨੇ ਜਿਨ੍ਹਾਂ ਨੇ ਆਫਿਸ ਦੇ ਵਿੱਚ ਬਹੁਤ ਵਧੀਆ ਆਫਿਸ ਬਣਾਏ ਨੇ। ਆਫਿਸ ਦੀ ਝਲਕੀਆਂ ਤੇ ਨਹੀਂ ਜਾਣਾ ਆਪਾਂ, ਕਿਉਂਕਿ ਵੀ ਆਰ ਸਿੰਪਲ, ਓਨੈਸਟ, ਬਟ ਓਨੈਸਟ ਤੇ ਸਿੰਸੀਅਰ ਤੇ ਟਰਾਂਸਪੇਰੈਂਟ ਤੇ ਕੇਅਰਿੰਗ। ਤੇ ਆਪਾਂ ਆਫਿਸਾਂ ਤੋਂ ਕੀ ਲੈਣਾ? ਆਫਿਸ ਦੇ ਵਿੱਚ ਕੰਮ ਹੋਣਾ ਚਾਹੀਦਾ ਹੈਗਾ, ਸਿੱਧੇ ਕੱਪੜੇ, ਸਾਦੇ ਕੱਪੜੇ, ਸਾਦਾ ਰਹਿਣ ਸਹਿਣ, ਸਾਦੇ ਆਫਿਸ, ਸਾਦਾ ਘਰ, ਸਿੰਪਲ। ਤੇ ਉਹ ਜਿਹੜਾ ਤੁਸੀਂ ਵੀ ਇਹਨਾਂ ਜਿਹਨੂੰ ਕਹਿੰਦੇ ਚੱਕਾ ਚੌਂਧ ਔਰ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਹੈਗਾ। ਬੰਦਾ ਦੇਖਣਾ ਹੈ, ਬੰਦੇ ਦਾ ਕੰਮ ਦੇਖਣਾ ਹੈ, ਰੈਪੂਟੇਸ਼ਨ ਦੇਖਣੀ ਹੈ, ਡਿਗਰੀਆਂ ਦੇਖਣੀਆਂ ਨੇ, ਪੜ੍ਹਾਈ ਲਿਖਾਈ ਦੇਖਣੀ ਹੈਗੀ ਹੈ, ਜਿਹਨੂੰ ਕੀ ਕਹਿੰਦੇ ਆ ਕਿ ਆਪਾਂ ਉਸ ਦੀ ਹਿਸਟਰੀ ਦੇਖਣੀ ਹੈਗੀ ਹੈ। ਇਹ ਚੰਗਾ ਕੰਸਲਟੈਂਟ ਚੂਜ਼ ਕਰਨਾ ਤਾਂ ਕਿ ਮਾੜੇ ਕੰਸਲਟੈਂਟਾਂ ਨੂੰ ਵਧਾਵਾ ਨਾ ਦਈਏ। ਇਸ ਦੀ ਵੱਡੀ ਜ਼ਿੰਮੇਵਾਰੀ ਸਾਡੇ ਆਪਣੇ ਉੱਪਰ ਹੈ, ਕਲਾਇੰਟਸ ਦੇ ਉੱਪਰ ਹੈ। ਔਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੈਨੂੰ ਤੁਸੀਂ 2003 ਤੋਂ ਕੰਪਨੀ ਇੰਨੀ ਪੁਰਾਣੀ, ਅੱਜ ਇੰਨਾ ਉੱਚਾ ਮੁਕਾਮ ਕਿ ਇੰਡੀਆ ਦੇ ਵਿੱਚ ਟੌਪ 5, 7, 10 ਦੇ ਵਿੱਚ ਨਾਮ ਤੁਸੀਂ ਦਿੱਤਾ, ਚੂਜ਼ ਕਰਕੇ ਮੇਰੀ ਇਮਾਨਦਾਰੀ ਨੂੰ ਤੁਸੀਂ ਚੁਣਿਆ, ਵਧਾਵਾ ਦਿੱਤਾ, ਇੰਨੀ ਮਾਣ ਇੱਜ਼ਤ ਦਿੱਤਾ। ਇਸ ਦੇ ਵਾਸਤੇ ਤਾਂ ਬਹੁਤ ਬਹੁਤ ਧੰਨਵਾਦ। ਲੇਕਿਨ ਹੋਰ ਇਸ ਗੱਲ ਦਾ ਖਿਆਲ ਰੱਖਣਾ ਕਿ ਮਾੜੇ ਕੰਸਲਟੈਂਟਾਂ ਨੂੰ ਨਾ ਵਧਾਵਾ ਦਈਏ, ਚੰਗੇ ਕੰਸਲਟੈਂਟ ਚੂਜ਼ ਕਰੀਏ ਤਾਂ ਕਿ ਉਹਨਾਂ ਦਾ ਕੰਮ ਵੀ ਵਧੀਆ ਚੱਲੇ ਮੇਰੀ ਤਰ੍ਹਾਂ। ਔਰ ਚੰਗੇ ਕੰਸਲਟੈਂਟ ਓਨੈਸਟ ਜਿਹੜੇ ਨੇ, ਉਹਨਾਂ ਦੀ ਜਿਹਨੂੰ ਕੀ ਕਹਿੰਦੇ ਆ ਕਿ ਉਹਨਾਂ ਦੀ ਹੌਸਲਾ ਅਫਜ਼ਾਈ ਹੋਵੇ। ਸੋ ਕਮਿੰਗ ਟੂ ਦਾ ਪੁਆਇੰਟ ਕਿ ਇੱਕ ਤਾਂ ਜਿਸ ਤਰ੍ਹਾਂ ਮੈਂ ਵਾਅਦਾ ਕੀਤਾ ਸੀਗਾ ਕਿ ਇੰਡੀਆ 'ਚ ਆ ਗਿਆ ਹੈਗਾ ਤੇ ਛੇਤੀ ਸਾਰੇ ਜਿਹੜੇ ਮੇਰੇ ਕਲਾਇੰਟਸ ਨੇ ਉਹਨਾਂ ਨੂੰ ਮਿਲਾਂਗਾ ਪਿਆਰ ਨਾਲ। ਉਹ ਇਹ ਕਹਿੰਦੇ ਨੇ ਵੀ ਤੁਹਾਡੇ ਦਰਸ਼ਨ ਕਰਨੇ, ਮੈਂ ਕਹਿੰਦਾ ਕਿ ਤੁਹਾਡੇ ਦਰਸ਼ਨ ਕਰਨੇ ਹੈ ਕਲਾਇੰਟਸ ਦੇ। ਸੋ 11 ਤਰੀਕ ਨੂੰ ਚੰਡੀਗੜ੍ਹ ਇੱਕ ਵਾਰੀ ਟੈਂਟੇਟਿਵ ਜਿਹੜਾ ਮੈਂ ਸ਼ੈਡਿਊਲ ਬਣਾਇਆ ਹੈਗਾ, ਉਹ ਤੁਸੀਂ ਕਾਪੀ ਪੈਨ ਲੈ ਕੇ ਸਾਰੇ ਨੋਟਸ ਬਣਾਇਆ ਕਰੋ। ਤੇ 11 ਨੂੰ ਚੰਡੀਗੜ੍ਹ, 11 ਮਾਰਚ ਨੂੰ, 17 ਨੂੰ ਫਿਰੋਜ਼ਪੁਰ, 19 ਨੂੰ ਮੋਗਾ, 20 ਨੂੰ ਲੁਧਿਆਣਾ, 24 ਨੂੰ ਜਲੰਧਰ, 26 ਨੂੰ ਅੰਮ੍ਰਿਤਸਰ। ਨਾ ਸਮਝਾਈ ਆਫ ਕੋਰਸ ਇਹ ਜਿਹੜਾ ਲਾਈਵ ਸੈਸ਼ਨ ਹੁੰਦਾ ਇਹਨੂੰ ਪਿੱਛੇ ਜਾ ਕੇ ਦੁਬਾਰਾ ਆਪਾਂ ਡੇਟਾ ਲੈ ਸਕਦੇ ਹੈਗੇ ਆ। ਇੱਕ ਸਾਡਾ ਸੈਂਟਰਲਾਈਜ਼ਡ ਨੰਬਰ ਹੈਗਾ 70613 70613, ਉਸ ਤੇ ਫੋਨ ਕਰਕੇ ਤੁਸੀਂ ਇਹ, ਲੇਕਿਨ ਆਉਣ ਤੋਂ 2-3-4 ਦਿਨ ਪਹਿਲਾਂ ਵਿੱਚ ਕਨਫਰਮੇਸ਼ਨ ਜ਼ਰੂਰ ਕਰਦੀ ਰਹਿਣੀ, ਕਈ ਵਾਰੀ ਚੇਂਜ ਹੋ ਜਾਂਦਾ ਹੈਗਾ। ਜਦ ਤੱਕ ਟੀਵੀ ਤੇ ਬੜੇ ਸਾਰੇ ਇੰਟਰਵਿਊਜ਼ ਆਉਂਦੇ ਨੇ, ਡੀਡੀ ਪੰਜਾਬੀ, ਜੀ ਪੰਜਾਬ, ਹਰਿਆਣਾ, ਹਿਮਾਚਲ ਤੇ ਆਪਣਾ ਜਿਹੜਾ ਲਾਈਵ ਜਿਹੜਾ ਦੇਸ਼ ਪ੍ਰਦੇਸ਼, ਟਾਈਮ ਟੀਵੀ, ਚੜ੍ਹਦੀ ਕਲਾ, ਇਹ ਸਾਰੇ ਕਈ ਹੋਰ ਚੈਨਲਾਂ ਤੇ ਟੀਵੀ ਇੰਟਰਵਿਊਜ਼ ਆਉਂਦੇ ਨੇ। ਇਹਨਾਂ ਦੇ ਵਿੱਚ ਵੀ ਆਉਣ ਦੀ ਸੰਭਾਵਨਾ ਹੈਗੀ, ਆਏਗਾ ਮੇਰਾ ਸਕੈਡਿਊਲ। ਔਰ ਦੂਜਾ ਇਹ ਕਿ ਵੀ WhatsApp ਤੇ ਮੇਰੇ ਹੈਗਾ, ਔਰ Facebook ਤੇ, Instagram ਤੇ, ਸਭ ਥਾਂ ਤੇ ਇਹ ਸਕੈਡਿਊਲ ਲਿਖ ਕੇ ਆਏਗਾ। ਜਦੋਂ ਤੱਕ ਲਿਖ ਕੇ ਨਹੀਂ ਆਉਂਦਾ, ਥੋੜਾ ਟੈਂਟੇਟਿਵ ਹੈਗਾ, ਲਿਖ ਕੇ ਆ ਜਾਏਗਾ। 70613 70613 ਇੰਡੀਆ ਦਾ, ਕੈਨੇਡਾ ਦਾ ਨੰਬਰ 6479612313। ਉੱਥੇ ਕਾਲ ਕਰਕੇ ਕਨਫਰਮ ਕਰਕੇ ਆਣਾ। ਕਈ ਵਾਰੀ ਮਾੜੀ ਮੋਟੀ ਅੱਗੇ ਪਿੱਛੇ ਹੋ ਜਾਂਦੀ ਹੈ ਡੇਟ। ਦੂਜਾ ਜਿਹੜਾ ਹੈਗਾ, ਜਿਨ੍ਹਾਂ ਦੇ ਵੀਜ਼ੇ ਲੱਗੇ ਸੀਗੇ, ਬੜੇ ਚਿਰ ਤੋਂ ਵੇਟ ਕਰਦੇ ਪਏ ਸੀਗੇ ਮੇਰੇ ਨਾਲ ਪਿਕਚਰ ਲੈਣ ਦੀ, ਉਹ ਮੇਰੀਆਂ ਜਿਹੜੇ ਕਹਿੰਦੇ ਆ ਕਿ ਸਟਾਰਸ ਹੁੰਦੇ ਨੇ ਆਪਣੇ ਕੰਧੇ ਦੇ, ਉਹ ਉਸ ਤਰ੍ਹਾਂ ਹੁੰਦੇ ਨੇ 4-4, 5-5 ਰਿਫਿਊਜ਼ਲਾਂ, ਤੇ ਉਹ ਵੈਲਕਮ ਇਹਨਾਂ ਥਾਵਾਂ ਤੇ ਆ ਸਕਦੇ ਨੇ। ਆਪਾਂ ਪਿਕਚਰ ਖਿੱਚਾਂਗੇ ਇਕੱਠੇ। ਔਰ ਇਹੋ ਜਿਹੇ ਸਟੂਡੈਂਟਸ ਜਿਹੜੇ ਕਿ ਜਿਨ੍ਹਾਂ ਦੀ ਸੁਪਨੇ ਪੂਰੇ ਹੋਏ ਔਰ ਉਹਨਾਂ ਦੀ ਜ਼ਿੰਦਗੀ ਬਣੀਆਂ, ਕਰੀਅਰ ਬਣੇ, ਆਡੀਓ ਬਣਾ ਕੇ ਜ਼ਰੂਰ, ਵਧੀਆ ਜੀ ਆਡੀਓ ਬਣਾ ਕੇ Facebook, YouTube ਤੇ ਪਾਵਾਂਗੇ ਤਾਂ ਕਿ ਜਿਹੜੇ ਵਿਚਾਰੇ ਰਾਹ ਲੱਭਦੇ ਨੇ, ਕੋਈ ਰਾਹ ਲੱਭ ਜਾਵੇ
ਚੰਗਾ ਬੰਦਾ ਮਿਲ ਜਾਵੇ, ਚੰਗੀ ਕੰਪਨੀ ਮਿਲ ਜਾਵੇ, ਕੋਈ ਰਾਹ ਲੱਭ ਜਾਵੇ, ਉਹਨਾਂ ਦੇ ਵੀ ਸੁਪਨੇ ਪੂਰੇ ਹੋ ਜਾਣ, ਉਹਨਾਂ ਨੂੰ ਉਸ ਦੀ ਗਾਈਡੈਂਸ ਮਿਲਦੀ ਹੈਗੀ ਹੈ। ਗੁੱਡ ਨਿਊਜ਼, ਬਹੁਤ ਵਧੀਆ, ਫਟਾਫਟ ਵੀਜ਼ੇ ਆ ਰਹੇ ਨੇ ਬਹੁਤ ਜ਼ਿਆਦਾ। ਔਰ ਬਹੁਤ ਵੱਡੀ ਗੱਲ, ਜਿਹੜੇ 6-6 ਮਹੀਨੇ 8-8 ਮਹੀਨੇ ਦੇ ਵਿੱਚ ਵੀਜ਼ੇ ਆ ਰਹੇ ਸੀਗੇ, ਪਰਸੋਂ 2 ਵੀਜ਼ੇ ਆਏ ਨੇ 6 ਦਿਨ ਦੇ ਵਿੱਚ, ਵਿਦਿਨ 1 ਵੀਕ। ਹਫਤਾ ਪਹਿਲਾਂ ਫਾਈਲਾਂ ਲਾਈਆਂ ਸੀ, ਹਫਤੇ ਦੇ ਵਿੱਚ ਹੀ ਵੀਜ਼ਾ, ਪਾਸਪੋਰਟ ਰਿਕੁਐਸਟ। ਤੇ ਬਹੁਤ ਵੱਡੀ ਖੁਸ਼ਖਬਰੀ ਆ, ਮਤਲਬ ਇਹ ਕਿ ਆਪਾਂ ਹੁਣ ਮੁੜ ਕੇ ਆਪਣੇ ਰਾਹ ਤੇ ਪਰਤਦੇ ਪਏ ਆ। ਦਾ ਮਤਲਬ ਬੱਚਿਆਂ ਨੇ 6-6 ਮਹੀਨੇ 8-8 ਮਹੀਨੇ 10-10 ਮਹੀਨੇ ਕਰੋਨਾ ਦੇ ਵਿੱਚ ਵੇਟ ਕੀਤਾ, ਅੱਜ ਦੇ ਦਿਨ 6 ਦਿਨ ਵਿੱਚ ਵੀਜ਼ਾ। ਸਾਰੇ ਨਹੀਂ ਆਉਣਗੇ, ਕੋਈ 15 ਦਿਨ ਚ ਆਊਗਾ, ਕੋਈ 10 ਦਿਨ ਚ ਆਊਗਾ, ਕੋਈ 25 ਦਿਨ ਚ ਆਊਗਾ, ਲੇਕਿਨ 6 ਦਿਨ ਵਿੱਚ ਆਉਣ ਦਾ ਮਤਲਬ ਇਹ ਕਿ ਬੜੀਆਂ ਉਮੀਦਾਂ ਲੱਗ ਗਈਆਂ ਆਪਾਂ ਨੂੰ। ਕਿਊਬੈਕ ਦੇ ਵਿੱਚ ਬੜੀ ਸਾਰੀ ਇਨਕੁਆਇਰੀਜ਼ ਆ ਰਹੀਆਂ ਨੇ ਕਿ ਕਿਊਬੈਕ ਦੇ ਵਿੱਚ ਵੀਜ਼ਾ ਲੱਗਦੇ ਪਏ ਕਿ ਨਹੀਂ, ਵੀਜ਼ਾ ਹੋਲਡ ਤੇ ਨੇ, ਇੱਦਾਂ ਹੈਗਾ, ਬੱਚੇ ਘਬਰਾਏ ਹੋਏ ਨੇ, ਕਿਊਬੈਕ ਵਾਲੇ ਆਂਦੇ ਪਏ ਨੇ ਵੀਜ਼ੇ। ਕੋਈ ਚਿੰਤਾ ਦੀ ਗੱਲ ਨਹੀਂ, ਕਿਊਬੈਕ ਦੇ ਵਿੱਚ ਕੁਝ ਨਹੀਂ ਹੋਇਆ, ਸਭ ਕੁਝ ਠੀਕ ਚੱਲਦਾ ਪਿਆ ਹੈਗਾ, ਕੋਈ ਘਬਰਾਉਣਾ ਨਹੀਂ ਹੈ, ਆਰਾਮ ਨਾਲ ਵੇਟ ਕਰਨੀ ਹੈਗੀ ਹੈ। ਜਿਨ੍ਹਾਂ ਦੇ ਵੀਜ਼ੇ ਨਹੀਂ ਆਉਂਦੇ, ਕਿਸੇ ਕਾਰਨ ਕਰਕੇ ਰੁਕ ਜਾਂਦਾ, 4 ਮਹੀਨੇ ਹੋ ਗਏ, 6 ਮਹੀਨੇ ਹੋ ਗਏ, ਬੜੇ ਘਬਰਾ ਜਾਂਦੇ ਫਟਾਫਟ ਕਿ ਪਤਾ ਨਹੀਂ ਕੀ ਹੋ ਗਿਆ, ਕਿ ਮੇਰੀ ਫਾਈਲ ਨੂੰ ਕੀ ਹੋ ਗਿਆ, ਮੇਰੀ ਕਿਉਂ ਰੁਕੀ ਹੋਈ ਆ, ਫਟਾਫਟ ਵੀਜ਼ਾ ਆਵੇ, ਕਿ ਜਲਦੀ ਕਰੀਏ ਸਰ, ਤੁਸੀਂ ਕੁਝ ਕਰੋ। ਤੇ ਆਫ ਕੋਰਸ ਅਸੀਂ ਤਾਂ ਬੈਠੇ ਕਰਦੇ ਹਾਂ, ਤੁਹਾਡੇ ਕੰਸਲਟੈਂਟ ਹੈਗੇ ਆ, ਤੁਹਾਡੇ ਰਿਪਰੈਜ਼ੈਂਟੇਟਿਵ ਹੈਗੇ ਆ, ਤੇ ਅਸੀਂ ਸਭ ਕੁਝ ਕਰਦੇ ਪਏ ਹੈਗੇ ਆ ਤੁਹਾਡੇ ਬਿਹਾਫ ਤੇ। ਅੰਬੈਸੀ ਨੂੰ ਰਿਮਾਈਂਡਰ, ਕਿਸੇ ਦੀ ਕੋਈ ਬਾਇਓਮੈਟ੍ਰਿਕ ਡੇਟ ਨਹੀਂ ਆਉਂਦੀ ਤਾਂ VFS ਨੂੰ ਰਿਮਾਈਂਡਰ, ਅੰਬੈਸੀ 'ਚ ਕੇਸ ਲਟਕਿਆ ਹੋਇਆ ਹੈ, ਜ਼ਿਆਦਾ ਟਾਈਮ ਹੋ ਗਿਆ, ਅੰਬੈਸੀ ਨੂੰ ਰਿਮਾਈਂਡਰ, ਸਭ ਕੁਝ ਕਰਦੇ ਪਏ ਤੁਹਾਡੇ ਬਿਹਾਫ ਤੇ। ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਬਹੁਤ ਸਕਸੈਸ ਰੇਟ ਬਹੁਤ ਹਾਈ ਹੈਗਾ, ਲੋ ਮਾਰਕਸ, ਗੈਪ, ਔਰ ਹਰ ਤਰੀਕੇ ਦਾ ਵੀਜ਼ਾ, ਕੋਈ ਚਿੰਤਾ ਦੀ ਗੱਲ ਨਹੀਂ। ਕੋਈ ਰਿਫਿਊਜ਼ ਹੁੰਦਾ ਹੈ, 10 ਵਿੱਚੋਂ 1 ਕੇਸ ਰਿਫਿਊਜ਼ ਹੋ ਵੀ ਗਿਆ ਤੇ ਉਸ ਦਾ ਪੂਰਾ ਧਿਆਨ ਕਰਕੇ, ਕਿਉਂਕਿ 10 ਵਿੱਚੋਂ 9 ਦਾ ਵੀਜ਼ੇ ਲੱਗ ਗਿਆ, ਉਹਨਾਂ ਨੇ ਤਾਂ ਅੱਗੇ ਤੁਰ ਜਾਣਾ। ਜਿਹੜਾ 1 ਰਿਫਿਊਜ਼ ਹੋ ਗਿਆ, ਉਸ ਦੇ ਵਿੱਚ ਸਪੈਸ਼ਲ ਮੇਰੀ ਨਿਗਾਹ, ਪੂਰੀ ਰਿਸਰਚ ਕਿ ਕੀ ਹੋਇਆ, ਕਿਉਂ ਹੋਇਆ। ਔਰ ਅਕਸਰ ਐਵੇਂ ਹੀ ਕਰ ਦਿੰਦੇ ਨੇ, ਕੋਈ ਵੱਡਾ ਕਾਰਨ ਨਹੀਂ ਹੁੰਦਾ। ਉਸ ਨੂੰ ਬੜੇ ਸਾਲਾਂ ਦਾ 2003 ਦਾ ਤਜਰਬਾ, ਰਿਫਿਊਜ਼ ਹੋਇਆ, ਦੁਬਾਰਾ ਲਾਇਆ, ਇੱਦਾਂ ਦੀ ਇੱਦਾਂ, ਕਿਉਂਕਿ ਰਾਹ ਤਾਂ ਪਹਿਲਾਂ ਹੀ ਸਹੀ ਹੁੰਦਾ ਸਾਡਾ, ਸਹੀ ਕਾਲਜ, ਸਹੀ ਕੋਰਸ, ਸਹੀ ਰੈਲੇਵੈਂਟ, ਸਹੀ ਸਭ ਕੁਝ ਚੁਣ ਕੇ ਦਿੱਤਾ ਹੁੰਦਾ ਤੇ ਉਸ ਦਾ ਸਿੰਪਲੀ ਦੁਬਾਰਾ ਫਾਈਲ ਲਾਈ ਅੰਬੈਸੀ ਦੇ ਵਿੱਚ, ਤੇ ਦੂਜੇ ਵੀਜ਼ਾ ਅਫਸਰ ਨੇ ਚੈੱਕ ਕੀਤਾ ਤੇ ਉਹ ਸਾਡੀ ਲਿਖਤ ਪੜ੍ਹਤ SOP ਵਗੈਰਾ ਹੁੰਦੀ ਹੈ, ਤੇ ਉਸ ਨੂੰ ਦੇਖਿਆ ਕਿ ਇਹਦੇ 'ਚ ਕੀ ਹੈਗਾ, ਇਹਦੇ 'ਚ ਕੋਈ ਤਕਲੀਫ ਨਹੀਂ। ਤੇ ਚੰਗੀ ਗੱਲ ਇਹ ਕਿ ਉਹ ਇਹ ਗੱਲ ਨਹੀਂ ਸੋਚਦਾ ਕਿ ਮੇਰੇ ਭਰਾ ਨੇ ਦੂਜੇ ਜਿਹੜੇ ਇਮੀਗ੍ਰੇਸ਼ਨ ਅਫੀਸਰ ਨੇ ਮਨਾ ਕੀਤਾ ਸੀ, ਮੈਂ ਕਿਉਂ ਵੀਜ਼ਾ ਦੇਵਾਂ। ਨਹੀਂ, ਬੜੇ ਸਾਲਾਂ ਤੋਂ ਦੇਖਿਆ, ਰਿਫਿਊਜ਼ ਹੋਇਆ, ਦੁਬਾਰਾ ਲੱਗਿਆ, ਵੀਜ਼ਾ ਲੱਗ ਜਾਂਦਾ, ਕਈ ਵਾਰ ਦੂਜੀ ਵਾਰ ਵੀ ਰਿਫਿਊਜ਼ ਹੋ ਜਾਂਦਾ, ਫਿਰ ਤੀਜੀ ਵਾਰ ਗੱਲ ਕਰ ਲਈਦੀ ਹੈ, ਤੀਜਾ ਵੀਜ਼ਾ ਅਫਸਰ ਚੱਕਦਾ ਹੈਗਾ। ਗੱਲ ਨੂੰ ਸਮਝਣ ਦੀ ਗੱਲ ਹੈਗੀ ਹੈ, ਤੇ ਗੱਲ ਉਹਨੇ ਸਮਝੀ ਕਿ ਠੀਕ ਹੈ, ਇਹ ਤਾਂ ਸਾਰਾ ਕੁਝ ਠੀਕ ਚੱਲੀ ਜਾਂਦਾ, ਤੇ ਮਤਲਬ ਕੋਰਸ ਠੀਕ ਹੈ, ਸਭ ਠੀਕ ਹੈ, ਵੀਜ਼ਾ ਦੇ ਦਿੰਦੇ ਨੇ, ਕੋਈ ਚਿੰਤਾ ਦੀ ਗੱਲ ਨਹੀਂ। ਔਰ ਸਾਡਾ ਇੰਨਾ ਵੱਡਾ ਤਜਰਬਾ ਹੈਗਾ, ਔਰ ਖਾਸ ਤੌਰ ਤੇ ਅਸੀਂ ਤਾਂ ਜਿਹੜਾ ਤੁਹਾਡਾ ਵੀਜ਼ਾ ਲੱਗਣਾ ਹੈ, ਉਸ ਤੋਂ ਬਾਅਦ ਤੁਸੀਂ ਸਟੂਡੈਂਟ ਨੇ ਪੜ੍ਹਨ ਜਾਣਾ ਕਾਲਜ ਦੇ ਵਿੱਚ, ਉਸ ਤੋਂ ਬਾਅਦ ਸਾਡੇ ਆਫਿਸ ਦੇ ਖਰਚੇ ਔਰ ਸਾਡੇ ਸੈਮੀਨਾਰਾਂ ਵਗੈਰਾ ਦੇ ਖਰਚੇ ਕਾਲਜਿਸ ਕੰਟਰੀਬਿਊਟ ਕਰਦੇ ਨੇ, ਕਿਉਂਕਿ ਅਸੀਂ ਉਹਨਾਂ ਦੇ ਬਿਹਾਫ ਤੇ ਇੱਥੇ ਬੈਠ ਕੇ ਆਫਿਸ ਖੋਲ੍ਹੇ ਹੋਏ ਨੇ। ਉਹਨਾਂ ਦੀ ਸਾਰੀ ਇਨਫੋਰਮੇਸ਼ਨ, ਕਾਲਜਾਂ ਦੇ ਬਾਰੇ, ਕੋਰਸਾਂ ਦੇ ਬਾਰੇ ਡਿਟੇਲਾਂ ਇਕੱਠੀਆਂ ਕਰਨੀਆਂ, ਰਿਸੀਟਾਂ ਬਣਾਉਣੀਆਂ, ਸਟੂਡੈਂਟ ਨੂੰ ਡੀਲ ਕਰਨਾ, ਉਹ ਸਾਰਾ ਉਹਨਾਂ ਦੇ ਬਿਹਾਫ ਤੇ ਹੀ ਕਰਦੇ ਆ। ਤੇ ਵੀਜ਼ਾ ਤੋਂ ਬਾਅਦ ਹੀ ਸਾਨੂੰ ਫਾਇਦਾ ਹੋਣਾ ਹੈਗਾ, ਉਸ ਤੋਂ ਪਹਿਲਾਂ ਨਾ ਕੋਈ ਅਸੀਂ ਫੀਸ ਲੈਣੀ, ਨਾ ਕੋਈ ਹਿਡਨ ਚਾਰਜਿਸ ਹੈਗੇ। ਰੱਬ ਨੇ ਬੰਦੇ, ਰੱਬ ਦੇ ਨਾਲ ਕੇ ਲੈ ਕੇ ਕੰਮ ਕਰਨਾ ਹੈਗਾ। ਸੋ ਅੱਜ ਦੇ ਦਿਨ ਫੀਸ ਵੀ ਇਸ ਕਰਕੇ ਕਿ ਕੋਈ ਗਰੀਬ ਜਾਂ ਕੋਈ ਵਿਚਾਰਾ ਜਿਹੜਾ ਨਹੀਂ ਅਫੋਰਡ ਕਰਦਾ, ਉਹ ਫੀਸ ਦੇ ਲਾਲਚ ਦੇ ਵਿੱਚ ਗਲਤ ਬੰਦਿਆਂ ਦੇ ਹੱਥੇ ਨਾ ਚੜੇ। ਫੀਸ ਨਿਲ ਕਰ ਦਿੱਤੀ, ਸਿਰਫ 2000 ਰੁਪਏ ਲੈਣੇ ਹੈਗੇ ਆ, ਜਿਹੜੇ ਕਿ ਕਾਗਜ਼ ਪੱਤਰ, ਫੋਟੋ ਸਟੇਟ, ਦੁਨੀਆਦਾਰੀ ਦੇ ਫੋਨਾਂ ਦੇ ਜਿਹੜੇ ਜਨਰਲ ਜੇ ਛੋਟੇ ਜਿਹੇ ਖਰਚੇ ਉਹ ਲੈਣੇ ਹੈਗੇ ਆ। ਉਹ ਵੀ ਤਾਂ ਕਿ ਬੜੇ ਸਾਰੇ ਲੋਕ ਮਿਸਯੂਜ਼ ਸਾਡਾ ਕੰਮ ਕਰਦੇ ਹੋ ਬਗੈਰ ਕਾਲਜ, ਜਿਹੜੇ ਐਪਲੀਕੇਸ਼ਨ ਫੀਸ ਨਹੀਂ ਹੈਗੀ, ਉੱਥੇ ਉਹਨਾਂ ਨੇ ਐਪਲੀਕੇਸ਼ਨਾਂ ਪਵਾ ਲਈਆਂ ਔਰ ਗਲਤ ਮਿਸਯੂਜ਼ ਆਫ ਸਰਵਿਸਿਜ਼ ਹੁੰਦੀਆਂ ਨੇ, ਤੇ ਉਹ 2000 ਰੁਪਏ। ਅਦਰਵਾਈਜ਼ ਰਿਫਿਊਜ਼ਡ ਕੇਸਿਸ ਤੋਂ ਥੋੜ੍ਹੀ ਜਿਹੀ ਵੀਜ਼ਾ ਫੀਸ ਹੈਗੀ ਹੈ, ਕੋਈ ਖਾਸ ਨਹੀਂ। ਸਾਡੇ ਆਫਿਸ ਦੇ ਵਿੱਚ ਗੱਲ ਕਰਕੇ, ਫੋਨ ਤੇ ਗੱਲ ਕਰੋ, ਉੱਥੇ ਜਾ ਕੇ ਆਫਿਸਾਂ 'ਚ ਮਿਲੋ, ਸਾਰੀ ਇਨਫੋਰਮੇਸ਼ਨ ਲਓ, ਵੈਲਕਮ। ਖਾਸ ਤੌਰ ਤੇ ਰਿਫਿਊਜ਼ਡ ਕੇਸਿਸ ਜਿਹੜੇ ਨੇ, ਉਹ ਘਬਰਾਉਣ ਦੀ ਬਿਲਕੁਲ, ਜਿਸ ਤਰ੍ਹਾਂ ਮੈਂ ਦੱਸਿਆ, ਲੋੜ ਨਹੀਂ। ਅਸੀਂ ਬੜੇ ਐਕਸਪਰਟ ਹੈਗੇ ਆ, ਔਰ ਬੜੇ 4-5 ਪਰ ਰਿਫਿਊਜ਼ਡ ਕੇਸਿਸ ਨੂੰ ਡੀਲ ਕਰਦੇ ਹੈਗੇ ਆ।
ਬੜਾ ਵਧੀਆ ਤਰੀਕੇ ਨਾਲ ਅਸੀਂ ਹੈਂਡਲ ਕਰਦੇ ਹੈਗੇ ਆ। ਸਾਡੀ ਜ਼ਿੰਮੇਵਾਰੀ ਔਰ ਸਾਰਾ ਦੇਖਣਾ ਹੁੰਦਾ ਹੈ। ਕੇਪਸ ਨੋਟਸ ਦੀ ਲੋੜ ਹੈ ਤੇ ਕੇਪਸ ਨੋਟਸ ਕਢਾਈ ਦੇ ਵੀ ਕਿਉਂ ਵੀਜ਼ਾ ਅਫਸਰ ਦੇ ਦਿਮਾਗ 'ਚ ਕੀ ਗੱਲ ਸੀਗੀ ਜਿਹੜਾ ਕਿ ਉਹ ਉਸਨੇ ਰਿਫਿਊਜ਼ ਕੀਤਾ, ਕੀ ਸੋਚ ਕੇ ਰਿਫਿਊਜ਼ ਕੀਤਾ, ਔਰ ਬਾਕੀ ਸਾਰਾ ਉਸਦਾ ਕਿਹੜਾ ਕਾਲਜ ਸੀਗਾ, ਕਿਹੜਾ ਕੋਰਸ ਸੀਗਾ, ਕਿਉਂ ਰੈਲੇਵੈਂਟ ਸੀਗਾ, ਨਹੀਂ ਸੀਗਾ, ਹੁਣ ਕਿਵੇਂ ਕਿਹੜਾ ਕਾਲਜ ਦਿੱਤਾ ਕੋਰਸ ਦੇਣਾ, ਸਾਰਾ ਦੇਖ ਕੇ ਹਿਸਾਬ ਲਾ ਕੇ ਪੁਰਾਣੀ ਆਫਰ ਲੈਟਰ, ਪੁਰਾਣੀ ਐਮਬੈਸੀ ਨੂੰ ਜਿਹੜੀ ਫਾਈਲ ਲਾਈ ਸੀਗੀ ਉਹ, ਔਰ ਸਾਰੇ ਆਪਣੇ ਕਾਗਜ਼ ਲੈ ਕੇ ਸਾਡੇ ਆਫਿਸਿਸ ਦੇ ਵਿੱਚ ਆਉਣਾ। ਅਸੀਂ ਪੂਰੀ ਉਹਦੀ ਜਿਹਨੂੰ ਕਹਿੰਦੇ ਚੈਕਿੰਗ ਕਰਕੇ ਤਸੱਲੀ ਕਰਕੇ ਆਪਾਂ ਦੁਬਾਰਾ ਲੈ ਲਾਂਗੇ। ਮਈ ਵਾਸਤੇ ਹੁਣ ਵੀ ਕੋਰਸਿਸ ਕੁਝ ਹੈਗੇ ਨੇ ਤੇ ਤੁਸੀਂ ਫਟਾਫਟ, ਲੇਕਿਨ ਹਫਤਾ 10 ਦਿਨ ਕੁਝ ਥੋੜੇ ਜਿਹੇ ਦਿਨ ਬਕਾਇਆ ਨੇ। ਕੁਝ ਕਾਲਜਿਸ ਨੇ ਜਿਹੜੇ ਫਟਾਫਟ 2-4 ਦਿਨ 'ਚ ਆਫਰ ਲੈਟਰ ਦੇ ਦਿੰਦੇ ਨੇ, ਸਿਰਫ ਉਹਨਾਂ ਵਿੱਚ ਹੀ ਅਪਲਾਈ ਕਰਾਂਗੇ। ਮਈ 'ਚ ਟਾਈਮ ਸ਼ਾਰਟ ਹੈਗਾ, ਫਟਾਫਟ ਮਈ ਦੇ ਵਿੱਚ ਆ ਕੇ ਜੇ ਜਾਣਾ ਚਾਹੁੰਦੇ ਆ ਤੇ ਆ ਜਾਓ, ਵੈਲਕਮ। ਤੇ ਤੁਹਾਨੂੰ ਜਿੱਥੇ ਜਿੱਥੇ ਆਪਸ਼ਨ ਨੇ ਦੱਸਾਂਗੇ ਤੇ ਫਟਾਫਟ ਅਪਲਾਈ ਕਰਕੇ ਮਈ ਵਾਸਤੇ ਅਪਲਾਈ ਕਰਾਂਗੇ, ਕੋਈ ਪ੍ਰੋਬਲਮ ਨਹੀਂ। ਸਤੰਬਰ ਵਾਸਤੇ ਵੀ ਅੱਧੇ ਦੇ ਕਰੀਬ 50% ਕੋਰਸਿਸ ਕਾਲਜਿਸ ਫੁੱਲ ਹੋ ਗਏ ਨੇ। ਫਟਾਫਟ ਜਿਹੜੇ ਹਲੇ ਨਹੀਂ ਜਿਨ੍ਹਾਂ ਨੇ ਅਪਲਾਈ ਕੀਤਾ, ਫਟਾਫਟ ਅਪਲਾਈ ਕਰ ਲਓ। ਕਾਲਜਾਂ 'ਚ ਅਪਲਾਈ ਕਰ ਲਈਏ, ਫਿਰ ਉਸ ਤੋਂ ਬਾਅਦ ਭਾਵੇਂ ਸੋਚ ਵਿਚਾਰ ਵੀ ਕੁਝ ਕਰਨਾ ਤੇ ਕਰਦੇ ਰਹਿ ਜੇ, ਲੇਕਿਨ ਲੇਟ ਨਹੀਂ ਹੋਣਾ ਚਾਹੀਦਾ ਤਾਂ ਕਿ ਸੀਟ ਸਾਨੂੰ ਮਿਲ ਜਾਵੇ। ਜੇ ਅਸੀਂ ਅਪਲਾਈ ਲੇਟ ਕਰਦੇ ਹਾਂ ਤੇ ਉੱਥੇ ਫੁੱਲ ਹੋ ਜਾਂਦਾ, ਸੀਟ ਨਹੀਂ ਮਿਲਦੀ, ਉਹ ਸਾਡੇ ਫਿਰ ਵਸ ਦੇ ਵਿੱਚ ਜ਼ਿਆਦਾ ਨਹੀਂ ਹੁੰਦਾ। ਓਵਰਆਲ 6 ਨਾਟ ਲੈਸ ਦੈਨ 5.5 ਦੇ ਨਾਲ ਕੋਈ ਚਿੰਤਾ ਨਹੀਂ ਹੈ। ਬਹੁਤ ਸਾਰੇ ਵੀਜ਼ੇ ਆਉਂਦੇ ਪਏ ਹੈਗੇ ਆ ਤੇ ਇੱਕ ਮੋਡਿਊਲ ਦੇ ਵਿੱਚ, 2 ਵਿੱਚ ਹੋਣਗੇ ਤਾਂ ਕਾਫੀ ਲੋ ਹੋ ਜਾਏਗਾ ਸਕਸੈਸ ਰੇਟ। ਓਵਰਆਲ 6 ਨਾਟ ਲੈਸ ਦੈਨ 5.5 ਇਨ 1 ਮੋਡਿਊਲ। PTE ਟੋਫਲ ਵੀ ਦੇ ਨਾਲ ਵੀ ਵੀਜ਼ੇ, ਕੋਈ ਪ੍ਰੋਬਲਮ ਨਹੀਂ। ਡੋਲਿੰਗੋ ਜਿਹੜੀ ਹੈਗੀ ਹੈ ਉਹ ਅੰਬੈਸੀ ਐਕਸੈਪਟ ਨਹੀਂ ਕਰਦੀ, ਕਾਲਜਿਸ ਐਕਸੈਪਟ ਕਰ ਲੈਂਦੇ ਆ। ਜੇ ਛੇਤੀ ਹੈਗੀ ਸਾਨੂੰ ਫਟਾਫਟ ਡੋਲਿੰਗੋ ਕਰ ਲੈਣਾ, 2 ਦਿਨ ਦੇ ਵਿੱਚ ਡੇਟ ਮਿਲ ਜਾਣੀ, 2 ਦਿਨ 'ਚ ਰਿਜ਼ਲਟ ਆ ਜਾਣਾ, ਫਟਾਫਟ ਕਾਲਜ ਯੂਨੀਵਰਸਿਟੀ ਨੂੰ ਭੇਜਣਾ, ਐਡਮਿਸ਼ਨ ਲੈ ਲੈਣੀ ਆ। ਬਾਅਦ ਦੇ ਵਿੱਚ ਤੁਸੀਂ ਆਈਲੈਟਸ ਅਕੈਡਮਿਕ ਵਗੈਰਾ ਕਰਦੇ ਰਹੋ ਤੇ ਆਪਾਂ ਅੰਬੈਸੀ 'ਚ ਫਾਈਲ ਲਾ ਲਾਂਗੇ। ਘੱਟੋ ਘੱਟ ਸੀਟ ਕਾਲਜ ਯੂਨੀਵਰਸਿਟੀ 'ਚ ਛੇਤੀ ਮਿਲ ਜੇਗੀ। ਆਈਲੈਟਸ ਜਨਰਲ ਦਾ ਮੈਂ ਗੱਲ ਕਰਦਾ ਹੁੰਦਾ, ਬੜੇ ਸਾਰੇ ਕੰਸਲਟੈਂਟ ਨਹੀਂ ਦੱਸਦੇ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਈ ਵਾਰੀ। ਆਈਲੈਟਸ ਜਨਰਲ ਵੀ ਅੰਬੈਸੀ ਲੈ ਲੈਂਦੀ ਹੈ ਬਸ਼ਰਤੇ ਕਿ 6 ਈਚ ਹੋਣ। ਜੇ 6 ਈਚ ਨਹੀਂ ਹੈਗੇ ਤਾਂ ਫਿਰ ਨਹੀਂ ਲਵੋ। 6 ਈਚ ਆਈਲੈਟਸ ਜਨਰਲ। ਔਰ ਹੁਣ ਈਵਨ ਕਿ ਕਈ ਕਾਲਜਿਸ ਵੀ ਲੈਣ ਲੱਗ ਗਏ ਨੇ ਆਈਲੈਟਸ, ਪਹਿਲਾਂ ਨਹੀਂ ਹੁਣ ਲੈਂਦੇ ਸੀ, ਹੁਣ ਲੈਣ ਕੋਈ ਕਾਲਜ ਲੈਣ ਲੱਗ ਗਿਆ ਹੈਗਾ ਆਈਲੈਟਸ ਜਨਰਲ ਵੀ। ਤੇ ਜਿਨ੍ਹਾਂ ਨੂੰ ਕੋਈ ਬੈਂਡ ਘੱਟ ਨੇ ਉਹ ਆਈਲੈਟਸ ਜਨਰਲ ਵੀ ਟਰਾਈ ਕਰ ਸਕਦੇ ਨੇ, ਕੋਈ ਪ੍ਰੋਬਲਮ ਨਹੀਂ। ਇੱਕ ਓਵਰਆਲ 6 ਨਾਟ ਲੈਸ ਦੈਨ 5.5 ਇਨ 2 ਮੋਡਿਊਲ ਹੋਣ। ਕੱਲ ਇੱਕ ਬੱਚਾ ਆਇਆ, ਉਹਨੇ ਦੋਨਾਂ ਨੂੰ ਰੀਵੈਲੂਏਸ਼ਨ ਕਰਾ ਦਿੱਤੀ ਤੇ ਇੱਕ ਦੇ ਵਿੱਚ ਇੰਪਰੂਵ ਹੋ ਗਏ ਤੇ ਉਹਦੇ 'ਚ ਓਵਰਆਲ 6, ਇੱਕ ਦੇ ਵਿੱਚ 5.5 ਰਹਿ ਗਏ ਤੇ ਐਲੀਜੀਬਲ ਹੋ ਗਿਆ, ਉਹਦਾ ਵੀਜ਼ਾ ਲੱਗੂਗਾ ਹੁਣ। ਸੋ ਰੀਵੈਲੂਏਸ਼ਨ ਜਿਹਨੂੰ ਕਹਿੰਦੇ ਆ, ਰੀਚੈਕਿੰਗ ਵੀ ਇੱਕ ਬੜਾ ਅੱਛਾ ਆਪਸ਼ਨ ਹੈਗਾ। ਜਦੋਂ ਤੁਹਾਡਾ ਰਿਜ਼ਲਟ ਆਉਂਦਾ ਤੇ ਮਹੀਨਾ 1.5 ਮਹੀਨਾ ਇੱਦਾਂ ਬੜੇ ਲਿਮਿਟਡ ਜਿਹਾ ਟਾਈਮ ਹੁੰਦਾ, ਉਸ ਦੇ ਪਹਿਲਾਂ ਇਮੀਡੀਏਟਲੀ ਆਪਾਂ ਚੈਕਿੰਗ ਵਾਸਤੇ ਅਪਲਾਈ ਕਰਨਾ, ਰੀਚੈਕਿੰਗ ਵਾਸਤੇ ਅਪਲਾਈ ਕਰਨਾ ਹੁੰਦਾ। ਇਹ ਬੜੀ ਅੱਛੀ ਆਪਸ਼ਨ ਹੈਗੀ, ਧਿਆਨ ਰੱਖਣਾ। ਕਾਲਜਿਸ ਜਿਨ੍ਹਾਂ ਦੀ ਐਡਮਿਸ਼ਨਾਂ ਹੋ ਗਈਆਂ, ਆਫਰ ਲੈਟਰ ਆ ਗਈਆਂ, ਬਹੁਤ ਮੁਬਾਰਕਾਂ। ਆਫਰ ਲੈਟਰਾਂ ਦੀ ਕੋਈ ਪ੍ਰੋਬਲਮ ਨਹੀਂ ਆ ਰਹੀਆਂ ਨੇ ਸਾਰੇ ਕਾਲਜਾਂ ਵਿੱਚ। 2 ਕਾਲਜ ਨਵੇਂ, 2 ਨਹੀਂ ਕਈ ਕਾਲਜਿਸ ਨਵੇਂ ਹੋਰ ਆ ਗਏ ਨੇ ਜਿਨ੍ਹਾਂ ਦੇ ਵਿੱਚ ਵਰਕ ਪਰਮਿਟ ਵੀ ਹੈਗਾ। ਨਿਆਗਰਾ ਕਾਲਜ ਆ ਗਿਆ ਹੈਗਾ ਜਿਹੜਾ ਟੋਰੰਟੋ ਦੇ ਵਿੱਚ ਆ ਗਿਆ ਹੈਗਾ। ਜਾਰਜੀਅਨ ਕਾਲਜ ਜਿਹੜਾ ਹੈ ਉਹ ਵੀ ਆ ਗਿਆ ਹੈਗਾ ਟੋਰੰਟੋ ਦੇ ਵਿੱਚ। ਇੱਕ ਜਿਹੜਾ ਸਟਰਲਿੰਗ ਕਾਲਜ ਹੁੰਦਾ ਸੀਗਾ, ਵਰਕ ਪਰਮਿਟ ਨਹੀਂ ਹੁੰਦਾ ਸੀ, ਉਸਨੇ ਵੀ ਰੈੱਡ ਡੀਆਰ, ਇਹਦੇ 'ਚ ਕੀ ਕਹਿੰਦੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅਲਾਉਡ ਕਰ ਦਿੱਤੀ ਸੀ ਕੈਨੇਡੀਅਨ ਗਵਰਨਮੈਂਟ ਨੇ। ਮਤਲਬ ਉੱਥੇ ਕੋਈ ਪ੍ਰਾਈਵੇਟ ਕਾਲਜ ਹੈਗਾ, ਕੋਈ 10 ਵਿੱਚੋਂ ਇੱਕ ਕੋਈ ਪ੍ਰਾਈਵੇਟ ਕਾਲਜ ਹੈ ਜਿਹਨੇ ਕਿ ਸਰਕਾਰੀ ਕਾਲਜ ਨਾਲ ਹੱਥ ਮਿਲਾ ਲਿਆ, ਮਤਲਬ ਐਸੋਸੀਏਸ਼ਨ ਕਰ ਲਈ ਤੇ ਉਹਨਾਂ ਨੇ ਮਿਲ ਕੇ ਪ੍ਰਾਈਵੇਟ ਕਾਲਜ ਜਿਹੜਾ ਟੋਰੰਟੋ ਵੈਂਕੂਵਰ ਵਗੈਰਾ ਸੀਗਾ ਉੱਥੇ ਆਪਣਾ ਕੈਂਪਸ ਖੋਲ੍ਹ ਦਿੱਤਾ। ਕਿਉਂਕਿ ਉਹ ਜਿਹੜਾ ਸਰਕਾਰੀ ਕਾਲਜ ਸੀ, ਮੰਨ ਲਓ ਨਿਆਗਰਾ ਕਾਲਜ ਸਾਈਡ ਤੇ ਪੈਂਦਾ ਸੀ, ਘੱਟ ਬੱਚੇ ਜਾਂਦੇ ਸੀਗੇ, ਜਾਂ ਇਸ ਤਰ੍ਹਾਂ ਰੈੱਡ ਡੀਅਰ ਕਾਲਜ ਜਿਹੜਾ ਸੀਗਾ ਦੂਰ ਪੈਂਦਾ ਸੀਗਾ, ਵੈਂਕੂਵਰ ਤੋਂ ਸਾਈਡ ਤੇ ਸੀਗਾ, ਜਿੱਥੇ ਘੱਟ ਬੱਚੇ ਜਾਂਦੇ ਸੀਗੇ। ਉਹਨਾਂ ਨੇ ਫਿਰ ਸਟਰਲਿੰਗ ਕਾਲਜ ਨਾਲ ਰੈੱਡ ਡੀਅਰ ਨੇ ਕਰ ਲਿਆ, ਔਰ ਦੂਜੇ ਕੁਝ ਕਾਲਜਾਂ ਦੇ ਨਾਲ ਜਿਹੜਾ ਹੈਗਾ ਨਿਆਗਰਾ ਕਾਲਜ ਨੇ ਕਰ ਲਿਆ, ਜਾਰਜੀਅਨ ਕਾਲਜ ਨੇ ਕਰ ਲਿਆ, ਤੇ ਇਸ ਤਰ੍ਹਾਂ ਹੀ ਪਹਿਲਾਂ ਜਿਹੜਾ ਹੈਗਾ ਲਾਇਲਿਸਟ ਕਾਲਜ ਨੇ ਕਰ ਲਿਆ ਸੀਗਾ ਟਰਾਇਲਸ ਕਾਲਜ ਦੇ ਨਾਲ। ਤੇ ਇਹ ਜਿਹੜਾ ਇਹ ਪ੍ਰਾਈਵੇਟ ਕਾਲਜਾਂ ਨਾਲ ਕਰਕੇ ਉੱਥੇ ਕੋਈ ਪ੍ਰੋਬਲਮ ਨਹੀਂ ਹੈਗੀ, ਪੜ੍ਹਾਂਗੇ ਬੱਚੇ, ਵਰਕ ਪਰਮਿਟ ਵੀ ਮਿਲੇਗਾ, ਕੋਈ ਚਿੰਤਾ ਦੀ ਗੱਲ ਨਹੀਂ, ਟੈਨਸ਼ਨ ਨਹੀਂ ਹੈ। ਅਸੀਂ ਕਦੇ ਵੀ ਕਿਸੇ ਬੱਚੇ ਨੂੰ
ਰੱਬ ਦੇ ਬੰਦੇ ਦਾ ਮਤਲਬ ਇਹ ਕਿ 1% ਵੀ ਤਕਲੀਫ ਨੁਕਸਾਨ ਨਹੀਂ ਕਰ ਸਕਦੇ ਕਿਸੇ ਵੀ ਹਾਲਤ ਵਿੱਚ। ਨੈਚੁਰਲ ਹੈ ਕਿ ਤੁਹਾਨੂੰ ਤਾਂ ਨਹੀਂ ਪਤਾ ਕੁਝ ਵੀ, ਸਾਨੂੰ ਸਾਰਾ ਕੁਝ ਪਤਾ ਹੈਗਾ। ਅਸੀਂ ਕਹਿੰਦੇ ਐਕਸਪਰਟ ਹੈਗੇ ਆ, ਐਕਸਪਰਟ ਹੋ ਕੇ ਵੀ ਤੁਹਾਡਾ ਨੁਕਸਾਨ ਹੋ ਜੇ, ਤੁਹਾਨੂੰ ਗਲਤ ਰਾਹ ਦੱਸੀਏ, ਫਿਰ ਸਾਨੂੰ ਐਕਸਪਰਟ ਕੌਣ ਕਹੇ? ਉਹ ਐਕਸਪਰਟ ਵਾਲੀ ਗੱਲ ਥੋੜੀ ਹੋਈ, ਤਾਂ ਗਲਤ ਗੱਲ ਹੋ ਗਈ। ਸੋ ਤੁਹਾਡੇ ਕੋਲੋਂ ਤਾਂ ਕੋਈ ਉਮੀਦ ਨਹੀਂ ਵੀ ਤੁਹਾਨੂੰ ਕੁਝ ਪਤਾ ਹੋਵੇ ਕਿ ਕੀ ਸਹੀ ਹੈ ਕੀ ਗਲਤ ਹੈਗਾ। ਤੁਹਾਨੂੰ ਜ਼ਿਆਦਾਤਰ ਨੂੰ ਪਤਾ ਹੀ ਨਹੀਂ ਹੁੰਦਾ ਬਿਲਕੁਲ ਵੀ। ਕੁਝ ਨੂੰ ਪਤਾ ਹੁੰਦਾ, ਉਹ ਕ੍ਰੋਸ ਕੁਐਸਚਨਿੰਗ ਕਰਦੇ ਨੇ, ਇਹ ਕਿਵੇਂ ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈ। ਲੇਕਿਨ ਕੁਝ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ। ਉਹ ਪਿੰਡਾਂ ਤੋਂ ਆਉਂਦੇ ਆ ਵਿਚਾਰੇ, ਮਾਂ ਪਿਓ ਵਿਚਾਰੇ ਖੇਤੀਬਾੜੀ ਕਰਦੇ ਆ, ਸਿੰਪਲ ਲਿਵਿੰਗ ਹੈਗੀ ਹੈ, ਨਹੀਂ ਹਿਸਾਬ ਕਿਤਾਬ ਪਤਾ ਨਹੀਂ ਦੁਨੀਆ ਦਾ। ਨੈਚੁਰਲੀ ਵੀ ਉਮੀਦ ਫੇਥ ਹੋ ਗਿਆ ਵੀ ਇਹ ਬੰਦਾ ਠੀਕ ਲੱਗਦਾ ਸ਼ਕਲੋਂ, ਔਰ ਕਈ ਗਲਤ ਬੰਦੇ ਸਹੀ ਲੱਗ ਗਏ ਗਲਤੀ ਨਾਲ, ਤੇ ਉਹਨਾਂ ਨੇ ਲੁੱਟਿਆ, ਤੇ ਫਿਰ ਬੰਦਾ ਕਹਿੰਦਾ ਮੈਨੂੰ ਯਾਰ ਬੰਦਾ ਪਛਾਣਨ ਵਿੱਚ ਗਲਤੀ ਹੋ ਗਈ। ਸੋ ਉਹ ਜਿਹੜਾ ਹੈਗਾ ਇਹ ਕਾਲਜਾਂ ਵਿੱਚ ਇਸ ਗੱਲ ਦਾ ਧਿਆਨ ਰੱਖਣਾ। ਟਿਪਸ ਵੀ ਮੈਂ ਕੁਝ ਦੇਣਾ ਚਾਹੁੰਦਾ ਹੈਗਾ ਵੀ ਕਾਲਜ ਜਿਹੜਾ ਹੈਗਾ ਉਹ ਲੈਣਾ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਲਾਉਡ ਹੋਵੇ, ਜਿਸ ਨੂੰ ਉਹ ਕੈਨੇਡਾ ਅੰਬੈਸੀ ਦੀ ਵੈਬਸਾਈਟ ਤੇ ਸਾਰੀ ਲਿਸਟਾਂ ਹੈਗੀਆਂ ਨੇ। ਕਿਵੇਂ ਦੇਖਣੀਆਂ ਨੇ ਉਹ? ਤੁਸੀਂ ਜਿਹੜਾ DLI ਲਿਸਟ ਕੈਨੇਡਾ, ਅਗਰ ਤੁਸੀਂ ਗੂਗਲ ਤੇ ਪਾਓਗੇ ਸਾਰੀ ਲਿਸਟ ਆ ਜਾਏਗੀ, ਉੱਥੇ ਵਰਕ ਪਰਮਿਟ ਮਿਲੂਗਾ ਨਹੀਂ ਮਿਲੂਗਾ ਸਾਰੀ ਡਿਟੇਲ ਆ ਜਾਏਗੀ। ਨਹੀਂ ਪਤਾ ਲੱਗਦਾ ਸਾਡੇ ਕਾਲਜ 'ਚ, ਸਾਡੇ ਜਿਹੜੇ ਆਫਿਸਾਂ 'ਚ ਜਾ ਕੇ ਪਤਾ ਕਰ ਲਓ। ਫੀਸ ਜਿਹੜੀ ਹੈਗੀ ਹੈ ਕਾਲਜ ਨੂੰ ਸਿੱਧੀ ਭੇਜਣੀ ਆਪਣੇ ਬੈਂਕ ਅਕਾਊਂਟ ਤੋਂ, GIC ਨੂੰ ਕੈਨੇਡਾ ਬੈਂਕ ਨੂੰ ਭੇਜਣੀ ਹੈ ਸਿੱਧੀ। ਕੱਲ ਵੀ ਜਿਹੜੇ ਕੇਸ ਦੀ ਮੈਂ ਗੱਲ ਕਰਦਾ ਸੀ, ਲੱਖ ਰੁਪਈਆ ਦਾ ਨੁਕਸਾਨ ਹੋ ਗਿਆ, ਉਹ ਕੰਸਲਟੈਂਟ ਨੂੰ ਦਿੱਤੇ, ਕੰਸਲਟੈਂਟ ਨੇ ਰੱਖ ਲਿਆ ਆਪਣੇ ਕੋਲੇ, ਔਰ ਫਿਰ ਉਹੀ $1 ਲੱਖ ਕੱਟ ਕੇ ਦਿੱਤਾ। ਫਿਰ ਆਪਾਂ ਇਹ ਵੀ ਹੈਗੀ ਹੈ ਗੱਲ ਕਿ ਸੋਚੀਏ ਕਿ ਪੁਲਿਸ ਨੂੰ ਕੰਪਲੇਂਟ ਕਰਾਂਗੇ, ਕਿਤੇ ਜਾਵਾਂਗੇ, ਭੱਜਾਂ, ਕੋਈ ਜ਼ਿਆਦਾ ਦਮ ਨਹੀਂ ਹੁੰਦਾ। ਜਿਹੜੇ ਬੰਦੇ ਗਲਤ ਕੰਮ ਕਰਦੇ ਨਾ, ਇਹ ਸਾਰੇ ਇਹਨਾਂ ਨੇ ਸੈਟਿੰਗਾਂ ਕੀਤੀਆਂ ਹੁੰਦੀਆਂ ਨੇ, ਔਰ ਬਾਹਲਾ ਕੁਛ ਹੱਥ ਨਾਲੇ। ਮੈਂ ਹੁਣ ਕੀ ਗੱਲ ਕਰਾਂ ਕਿ ਵੀ ਜਿਨ੍ਹਾਂ ਨੂੰ ਸ਼ਰਮ ਹੈ ਹੀ ਨਹੀਂ, ਤੇ ਉਹ ਜੇ ਸ਼ਰਮ ਹੁੰਦੀ ਪਹਿਲਾਂ ਹੀ ਨਾ ਕੰਮ ਇਹੋ ਜਿਹੇ ਕਰਦੇ। ਤੇ ਜਿਹੜਾ ਨੂੰ ਸ਼ਰਮ ਹੀ ਨਹੀਂ ਆ, ਉਹਨਾਂ ਨੂੰ ਤੁਸੀਂ ਕੀ ਧਮਕੀ ਦਿਓਗੇ, ਤੇ ਕੀ ਪੁਲਿਸ 'ਚ ਜਾਓਗੇ, ਤੇ ਕੀ ਉਹਨਾਂ ਦੀ ਬੇਇੱਜ਼ਤੀ ਕਰੋਗੇ? ਸੋ ਇਸ ਕਰਕੇ ਪਹਿਲਾਂ ਹੀ ਖਿਆਲ ਰੱਖੋ। ਪੈਕੇਜ ਪਹਿਲਾਂ ਮੈਂ ਦੱਸਿਆ, ਪੈਕੇਜ ਕਰਨਾ ਜਿਹੜਾ ਹੈਗਾ ਮੈਨੂੰ ਨਹੀਂ ਜਚਦਾ, ਅਸੀਂ ਸਾਰੀ ਉਮਰ 'ਚ ਨਹੀਂ ਕੀਤਾ, ਨਾ ਕਰਨਾ। ਪੈਕੇਜ ਬੁੱਕ ਜਿਹੜਾ 20 ਲੱਖ ਲੈ ਜੇ 25 ਲੱਖ ਲੈਣ ਦਾ ਮਤਲਬ ਹੀ ਨਹੀਂ। ਔਰ ਗੌਰਮੈਂਟ ਦੇਖੋ, ਦਿਸ ਇਜ਼ ਇਲੀਗਲ। ਗੌਰਮੈਂਟ ਕੋਈ ਵੀ, ਕੈਨੇਡਾ ਗੌਰਮੈਂਟ, ਆਸਟ੍ਰੇਲੀਆ, ਨਿਊਜ਼ੀਲੈਂਡ, UK, USA, ਕੋਈ ਵੀ ਗੌਰਮੈਂਟ ਅਲਾਉ ਨਹੀਂ ਕਰਦੀ। ਆਫਟਰ ਵੀਜ਼ਾ ਫੀਸ ਵੀ ਨਹੀਂ ਅਲਾਉ ਕਰਦੀ ਕਿ ਕੰਸਲਟੈਂਟ ਨੇ ਆਪਣੇ ਕੋਲੋਂ ਭਰ ਦਿੱਤੀ ਤੇ ਬਾਅਦ ਵਿੱਚ ਫੀਸਾਂ ਲੈਣੀਆਂ ਨਾ। ਉਹ ਤੁਸੀਂ ਸਟੂਡੈਂਟ ਨੇ ਹੀ ਲੀਗਲੀ ਜਿਹੜਾ ਹੈ, ਕਾਨੂੰਨੀ ਕੰਮ ਇਹ ਹੈ, ਸਟੂਡੈਂਟ ਨੇ ਆਪਣੇ ਕਾਲਜ ਆਪਣੀ ਫੀਸਾਂ ਆਪ ਭਰਨੀਆਂ। ਗ੍ਰੈਜੂਏਟ ਜਿਹੜੇ ਨੇ, ਵੀਜ਼ਾ ਦਾ ਥੋੜਾ ਜਿਹਾ ਹਿੰਟ ਦੇ ਰਿਹਾ, ਗ੍ਰੈਜੂਏਟ ਸ਼ੁੱਡ ਆਲਵੇਜ਼ ਗੋ ਫॉर ਅ ਪੋਸਟ ਗ੍ਰੈਜੂਏਟ ਪ੍ਰੋਗਰਾਮ। ਪੋਸਟ ਸੈਕੰਡਰੀ 'ਚ ਨਹੀਂ ਜਾਣਾ। ਮਾਰਕਸ ਆਪਣੇ ਦੇਖਣੇ ਨੇ, ਜੇ +2 ਕਾਮਰਸ ਹੈਗਾ ਤੇ ਅਕਾਊਂਟੈਂਸੀ 'ਚ ਘੱਟ ਨੇ, ਫਿਜ਼ਿਕਸ ਆਪਣਾ ਅਕਾਊਂਟੈਂਸੀ 'ਚ ਘੱਟ ਨੇ, ਜਾਂ ਬਿਜ਼ਨਸ 'ਚ ਘੱਟ ਨੇ, ਇਕਨੋਮਿਕਸ 'ਚ ਘੱਟ ਨੇ, ਉਸ ਹਿਸਾਬ ਨਾਲ ਕੋਰਸ ਚੂਜ਼ ਕਰਨਾ ਹੁੰਦਾ ਹੈ। ਐਕਸਪਰਟਿਜ਼ ਦੀ ਲੋੜ ਹੁੰਦੀ ਹੈਗੀ ਹੈ। ਰੈਲੇਵੈਂਟ ਪ੍ਰੋਗਰਾਮ ਚੂਜ਼ ਕਰਨਾ ਹੁੰਦਾ ਹੈ ਕਿ ਬਈ ਇਹ ਤਾਂ ਹੁੰਦਾ ਹੈ ਕਿ BTech ਜਿਹੜੇ ਨੇ ਈਵਨ MBA 'ਚ ਜਾਂਦੇ ਨੇ ਬਿਜ਼ਨਸ ਦਾ ਪ੍ਰੋਗਰਾਮ ਕਰਨ, ਸੋ ਉਹ ਵੀ ਰੈਲੇਵੈਂਟ ਹੈਗਾ। ਲੇਕਿਨ ਕਈ ਤਰੀਕੇ ਨਾਲ ਉਹੀ ਕਿ ਡੂੰਘਾਈ ਦੀ ਲੋੜ ਹੁੰਦੀ ਹੈ, ਜਿਹਨੂੰ ਕਹਿੰਦੇ ਐਕਸਪਰਟਿਜ਼ ਦੀ ਲੋੜ ਹੁੰਦੀ ਹੈ ਦੇਖਣ ਵਾਸਤੇ ਕਿ ਆਪਾਂ ਨੂੰ ਰੈਲੇਵੈਂਟ ਪ੍ਰੋਗਰਾਮ ਦੇ ਵਿੱਚ ਵੀਜ਼ਾ ਮਿਲਦਾ ਹੈਗਾ। ਇੱਕ ਅੱਛੀ ਗੱਲ ਜਿਹੜੀ ਹੈ, ਪਹਿਲਾਂ ਵੀ ਗੱਲ ਹੋ ਚੁੱਕੀ ਹੈ, ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਨ੍ਹਾਂ ਦੇ ਐਕਸਪਾਇਰ ਹੋ ਰਹੇ ਨੇ 27 ਜੁਲਾਈ ਤੋਂ ਪਹਿਲਾਂ ਜਿਹੜੇ ਨੇ ਅਪਲਾਈ ਕਰ ਸਕਦੇ ਨੇ, ਔਰ 4 ਮਹੀਨੇ ਦੇ ਅੰਦਰ ਤੱਕ ਐਕਸਪਾਇਰ ਹੋਣਾ ਚਾਹੀਦਾ। ਮਤਲਬ 27 ਨਵੰਬਰ ਤੱਕ ਵੀ ਜਿਨ੍ਹਾਂ ਦੇ ਐਕਸਪਾਇਰ ਹੋਣੇ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ, ਜਿਨ੍ਹਾਂ ਨੂੰ ਮਿਲ ਚੁੱਕੇ ਸੀਗੇ, ਉਹ 27 ਜੁਲਾਈ ਤੋਂ ਪਹਿਲਾਂ ਅਪਲਾਈ ਕਰ ਸਕਦੇ ਨੇ। 1.5 ਸਾਲ ਦਾ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਏਗਾ। ਪਾਸਪੋਰਟ ਦੀ ਵੈਲਿਡਿਟੀ ਦਾ ਧਿਆਨ ਰੱਖਣਾ ਹੈਗਾ, ਪਾਸਪੋਰਟ ਦੀ ਵੈਲਿਡਿਟੀ ਤੱਕ ਹੀ ਮਿਲਦਾ ਹੈਗਾ। ਇਸ ਕਰਕੇ ਜੇ ਤੁਹਾਡਾ ਪਾਸਪੋਰਟ ਘੱਟ ਵੈਲਿਡ ਹੈਗਾ ਤੇ ਉਸ ਨੂੰ ਰੀਨਿਊ ਕਰਾ ਕੇ ਹੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜਾ ਰਿਨਿਊਅਲ ਜਿਹੜੀ ਹੈਗੀ ਹੈ, ਇਹ 1.5 ਸਾਲ ਦਾ ਜਿਹੜਾ ਮਿਲਣਾ ਹੈ। ਕੋਵਿਡ ਦੇ ਕਰਕੇ ਇੱਕੋ ਵਾਰ ਚਾਂਸ ਦਿੱਤਾ, ਪਹਿਲਾਂ ਕਦੇ ਬੜੇ ਸਾਲਾਂ 'ਚ ਕਦੇ ਨਹੀਂ ਦਿੱਤਾ ਗੌਰਮੈਂਟ ਨੇ। COVID-19 ਦੇ ਕਰਕੇ ਕੰਪਨਸੇਸ਼ਨ ਜਿਹੜੀ ਹੈ ਦਿੱਤੀ ਹੈਗੀ ਆ, ਉਸ ਦਾ ਤੁਸੀਂ ਫਾਇਦਾ ਚੱਕ ਸਕਦੇ ਹੈਗੇ। ਔਰ ਦੂਸਰਾ ਜਿਹੜਾ ਹੈਗਾ, ਪਹਿਲਾਂ 50% ਸਟੱਡੀ ਆਨਲਾਈਨ ਮਨਜ਼ੂਰ ਹੁੰਦੀ ਸੀਗੀ, ਹੁਣ 100% ਸਟੱਡੀ ਆਨਲਾਈਨ ਕਿਤੋਂ ਵੀ ਬੈਠ ਕੇ ਬੱਚੇ ਕਰਦੇ ਪਏ ਨੇ, ਉਹ ਆਨਲਾਈਨ ਮਨਜ਼ੂਰ ਕਰ ਦਿੱਤੀ ਹੈ। ਭਾਵੇਂ ਇੰਡੀਆ ਵਿੱਚ ਬੈਠ ਕੇ ਬੱਚਾ 100% ਦਾ ਮਤਲਬ 2 ਸਾਲ ਦਾ ਕੋਰਸ ਹੈ, 2 ਸਾਲ ਦਾ ਪੂਰਾ ਕੋਰਸ ਵੀ ਇੰਡੀਆ ਦੇ ਵਿੱਚ ਬੈਠ ਕੇ ਕਰ ਲੈਂਦਾ ਹੈਗਾ, ਤੇ ਉਸ ਨੂੰ ਬਾਅਦ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ।
ਇਹ ਕੋਵਿਡ-19 ਤੋਂ ਪਹਿਲਾਂ ਇੰਨੇ ਸਾਲਾਂ 'ਚ ਕਦੇ ਨਹੀਂ ਹੋਇਆ ਸੀ ਇਸ ਤਰ੍ਹਾਂ। ਹੁਣ ਹੈਗਾ ਨਵੇਂ ਰੂਲ ਦੇ ਮੁਤਾਬਕ। ਸੋ ਇਹ ਜਿਹੜਾ ਹੈਗਾ ਜਦੋਂ ਜਿਹੜੇ ਬੱਚਿਆਂ ਦਾ ਵੀਜ਼ਾ ਲੱਗਦੇ ਪਏ ਹੈ ਉਹ ਜਾ ਸਕਦੇ ਨੇ ਜਦੋਂ ਮਰਜ਼ੀ। ਹਾਲਾਂਕਿ ਉੱਥੇ ਥੋੜ੍ਹਾ ਰਿਸਟ੍ਰਿਕਸ਼ਨਸ ਚੱਲਦੀਆਂ ਪਈਆਂ ਨੇ, ਤੁਰਨ ਫਿਰਨ 'ਤੇ ਥੋੜ੍ਹੀ ਰੁਕਾਵਟ ਹੈ। ਜ਼ਰੂਰੀ ਕੰਮ ਵਾਸਤੇ ਹੀ ਬੰਦੇ ਬਾਹਰ ਜਾਂਦੇ ਪਏ ਨੇ। ਕੈਨੇਡਾ 'ਚ ਥੋੜ੍ਹੇ ਕੇਸ ਵਧੇ ਹੋਏ ਨੇ ਇਸ ਟਾਈਮ। ਅਤੇ ਤੁਸੀਂ ਸਟੂਡੈਂਟ ਜਿਨ੍ਹਾਂ ਦੇ ਵੀਜ਼ੇ ਲੱਗਦੇ ਪਏ ਜਾ ਸਕਦੇ ਹੈਗੇ ਆ। ਉਹੀ ਅਗੇਨ ਕਿ ਸਾਰੀਆਂ ਗੱਲਾਂ ਰਿਪੀਟ ਨੇ, ਪਹਿਲਾਂ ਦੇ ਮੇਰੇ ਲਾਈਵ ਸੈਸ਼ਨ 'ਚ ਵੀ ਦੇਖ ਸਕਦੇ ਹੋ ਤੁਸੀਂ, ਸਾਰੀਆਂ ਗੱਲਾਂ ਦੱਸੀਆਂ ਨੇ। ਵਿਦਨ 72 ਆਵਰਸ ਉਹਨਾਂ ਨੇ ਕੋਵਿਡ ਨੈਗੇਟਿਵ ਆਇਆ ਹੋਵੇ ਔਰ ਅਰਾਈਵ ਕੈਨ ਐਪ ਡਾਊਨਲੋਡ ਕਰਕੇ ਉਸ ਦੇ ਉੱਪਰ ਤੁਹਾਡੇ ਉੱਥੇ ਜਾਣ ਦੀ ਸਾਰੀ ਇਨਫੋਰਮੇਸ਼ਨ, ਉੱਥੇ ਕੰਟੈਕਟ ਇਨਫੋਰਮੇਸ਼ਨ, ਤੁਹਾਡੀ ਟਰੈਵਲ ਇਨਫੋਰਮੇਸ਼ਨ ਸਾਰੀ ਹੋਵੇ। ਤੁਹਾਡੇ ਸਿੰਪਟਮ, ਬੁਖਾਰ ਤਾਂ ਨਹੀਂ, ਖੰਘ ਤਾਂ ਨਹੀਂ, ਲਿਖ ਕੇ ਇੱਕ ਰਸੀਦ ਨਿਕਲੇਗੀ। ਔਰ ਇੱਕ ਜਿਹੜਾ ਉਹਦੇ ਵਿੱਚ ਅਰਾਈਵ ਕੈਨ ਐਪ ਵਿੱਚ ਤੁਹਾਡੀ ਜਿਹੜੀ ਕੁਆਰੰਟੀਨ ਪਲਾਨ, ਕਿੱਥੇ ਜਾ ਕੇ ਰਹੋਗੇ ਤੁਸੀਂ। ਆਫਕੋਰਸ 3 ਦਿਨ ਤਾਂ ਹੁਣ ਗੌਰਮੈਂਟ ਨੇ ਜ਼ਰੂਰੀ ਕਰ ਦਿੱਤਾ ਕਿ ਉੱਥੇ ਜਾ ਕੇ ਜਿਹੜੇ 4 ਏਅਰਪੋਰਟਸ ਤੇ ਹੀ ਜਿਹੜੇ ਹੈ ਫਲਾਈਟਸ ਉਤਰਨਗੀਆਂ, ਮੌਂਟਰੀਅਲ, ਟੋਰਾਂਟੋ, ਕੈਲਗਰੀ ਔਰ ਵੈਂਕੂਵਰ। ਔਰ ਉਸ ਦੇ ਨੇੜੇ 5-7 ਕਿਲੋਮੀਟਰ ਦੇ ਵਿੱਚ ਜਿਹੜੇ ਹੋਟਲ ਨੇ ਉਹਨਾਂ ਨਾਲ ਉਹਨਾਂ ਨੇ ਕੰਟੈਕਟ ਕੀਤਾ ਹੋਇਆ। ਉਹਦੇ ਵਿੱਚ ਮਤਲਬ ਵੈਬਸਾਈਟ 'ਤੇ ਕੈਨੇਡਾ ਐਮਬੈਸੀ ਦੀ ਵੈਬਸਾਈਟ canada.ca ਜਾਂ cic.gc.ca, ਉਸ ਦੀ ਵੈਬਸਾਈਟ 'ਤੇ ਸਾਰੀ ਇਹ ਵਾਲੀ ਇਨਫੋਰਮੇਸ਼ਨਾਂ ਦਿੱਤੀਆਂ ਹੋਈਆਂ ਨੇ। ਔਰ ਉੱਥੇ ਇੱਕ ਨੰਬਰ ਦਿੱਤਾ ਹੋਇਆ ਹੈਗਾ ਜਿਸ ਨੂੰ ਕਾਲ ਕਰਕੇ ਤੁਸੀਂ ਹੋਟਲ ਦੀ ਬੁਕਿੰਗ ਕਰਨੀ ਹੈਗੀ ਹੈ। 3 ਦਿਨ ਦੀ ਜ਼ਰੂਰੀ ਹੈਗੀ ਹੈ। ਜਾ ਕੇ ਜਾਂਦੇ ਨਾਲ ਇਹਨਾਂ ਨੇ ਏਅਰਪੋਰਟ 'ਤੇ ਫਿਰ ਦੁਬਾਰਾ ਕਰਨਾ ਹੈਗਾ ਟੈਸਟ। ਔਰ 3 ਦਿਨ ਵਾਸਤੇ ਤੁਸੀਂ ਹੋਟਲ ਵਿੱਚ ਚਲੇ ਜਾਓਗੇ। ਉੱਥੇ ਰਹਿਣਾ ਸਹਿਣਾ, ਖਾਣਾ ਪੀਣਾ ਸਾਰਾ ਜਿਹੜਾ ਹੈ ਹੋਟਲ ਦੇ ਵਿੱਚ ਉਹ ਹੋਟਲ ਵਾਲੇ ਕਰਨਗੇ ਔਰ ਪੂਰਾ ਖਿਆਲ। ਔਰ ਜੇ ਨੈਗੇਟਿਵ ਆ ਗਿਆ 3 ਦਿਨ ਦੇ ਅੰਦਰ ਜਦੋਂ ਵੀ ਨੈਗੇਟਿਵ ਆਇਆ ਤੇ ਤੁਸੀਂ ਫਿਰ ਆਪਣੀ ਜਿਹੜੀ ਹੋਰ ਜਿੱਥੇ ਤੁਸੀਂ ਕਿਹਾ ਹੈਗਾ ਵੀ ਮੈਂ ਉੱਥੇ ਰਹਿਣਾ ਚਾਹੁੰਦਾ ਹੈਗਾ ਕੁਆਰੰਟੀਨ ਦੇ ਵਿੱਚ, ਉੱਥੇ ਜਾ ਸਕਦੇ ਹੋ। ਅਦਰਵਾਈਜ਼ ਤੁਹਾਨੂੰ ਉੱਥੇ ਹੀ ਹੋਟਲ ਦੇ ਵਿੱਚ 14 ਦਿਨ ਪੂਰੇ ਕਰਨੇ ਪੈਣਗੇ। ਔਰ ਏਅਰਪੋਰਟ 'ਤੇ ਜਦੋਂ ਪਹੁੰਚਦੇ ਆ ਫਿਰ ਇੱਕ ਹੋਰ ਕਿੱਟ ਜਿਹੜੀ ਹੈ ਕੋਵਿਡ-19 ਦੀ ਟੈਸਟ ਕਰਨ ਵਾਸਤੇ ਕਿੱਟ ਤੁਹਾਡੇ ਹੱਥ ਵਿੱਚ ਦੇ ਦੇਣਗੇ ਗੌਰਮੈਂਟ, ਤੇ ਉਹ ਤੁਸੀਂ 14 ਦਿਨ ਬਾਅਦ ਫਿਰ ਟੈਸਟ ਕਰਨਾ, ਮਤਲਬ ਬਾਹਰ ਨਿਕਲਣ ਤੋਂ ਪਹਿਲਾਂ, ਕੁਆਰੰਟੀਨ ਖਤਮ ਕਰਨ ਤੋਂ ਪਹਿਲਾਂ ਟੈਸਟ 1-2 ਦਿਨ ਪਹਿਲਾਂ ਕਰਕੇ ਉਸ ਦਾ ਨੈਗੇਟਿਵ ਟੈਸਟ ਆ ਜਾਵੇ। ਉਹਨਾਂ ਨੇ ਦੱਸ ਦੇਣਾ ਐਵੇਂ ਟੈਸਟ ਚੈੱਕ ਕਰਨਾ ਹੈਗਾ ਤੇ ਨੈਗੇਟਿਵ ਹੋਏਗਾ, ਫਿਰ ਤੁਹਾਡਾ ਕੁਆਰੰਟੀਨ ਖਤਮ ਹੈ ਔਰ ਫਿਰ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ। ਕੁਆਰੰਟੀਨ ਦੇ ਵਿੱਚ ਫਿਰ ਅਗੇਨ ਮੈਂ ਗੱਲ ਕਰਦਾ ਉਹਨਾਂ ਨੂੰ ਮੂਰਖ ਨਹੀਂ ਬਣਾਉਣਾ ਅਸੀਂ ਉਹਨਾਂ ਨੂੰ, ਗੌਰਮੈਂਟ ਨੂੰ ਕਿਹੜਾ ਪਤਾ ਲੱਗਣਾ। ਜੇ ਪਤਾ ਲੱਗਿਆ ਤਾਂ ਬਹੁਤ ਵੱਡਾ ਚੱਕਰ ਪੈਣਾ ਹੈਗਾ ਕਿ ਜੇਲ੍ਹ ਹੋ ਸਕਦੀ ਹੈ, ਕੈਨੇਡਾ ਤੋਂ ਬਾਹਰ ਕੱਢ ਸਕਦੇ ਨੇ, ਕਈ ਹਜ਼ਾਰਾਂ ਡਾਲਰ ਦਾ ਜੁਰਮਾਨਾ ਹੋ ਸਕਦਾ ਹੈਗਾ। ਸੋ ਖਿਆਲ ਰੱਖਣਾ ਹੈਗਾ। ਸੋ ਅਗੇਨ ਮੈਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਆਪਾਂ ਸਾਰੇ ਇਹ ਸੋਚ ਚੱਕੀਏ ਕਿ ਆਪਾਂ ਓਵਰ ਕਲੈਵਰਨੈਸ ਨੂੰ ਖਤਮ ਕਰ ਦਿੱਤਾ ਨਾ ਤੇ ਸਮਝ ਲਓ ਦੁਨੀਆ ਦੀਆਂ ਅੱਧੀਆਂ ਤਕਲੀਫਾਂ ਖਤਮ ਹੋ ਜਾਣਗੀਆਂ। ਆਪਾਂ ਇਹ ਸੋਚਦੇ ਕਿ ਮੈਂ ਬਹੁਤ ਸਿਆਣਾ ਹੈਗਾ, ਦੂਜੇ ਨੂੰ ਮੂਰਖ ਬਣਾ ਦਾਂਗਾ। ਅਸਲ ਦੇ ਵਿੱਚ ਤਾਂ ਇਹ ਆਪਣੇ ਆਪ ਨੂੰ ਮੂਰਖ ਬਣਾਉਣ ਵਾਲਾ ਕੰਮ ਹੈਗਾ। ਹਰ ਕੋਈ ਸਿਆਣਾ ਹੁੰਦਾ, ਲੇਕਿਨ ਜਦੋਂ ਇਹ ਵਿਸ਼ਵਾਸ ਉੱਠ ਜਾਂਦਾ ਹੈਗਾ ਕਿ ਪਤਾ ਨਹੀਂ ਅਗਲਾ ਕੀ ਗੱਲ ਕਰੀ ਜਾਂਦਾ, ਸਹੀ ਕਹਿੰਦਾ ਪਿਆ ਕਿ ਗਲਤ ਕਹਿੰਦਾ ਪਿਆ, ਤੇ ਅੱਧੀਆਂ ਤਕਲੀਫਾਂ, ਬਹੁਤ ਦੁਨੀਆ ਦੀਆਂ ਤਕਲੀਫਾਂ ਰਾਈਜ਼ ਹੋ ਜਾਂਦੀਆਂ ਨੇ। ਫਿਰ ਆਪਣਾ ਦਿਮਾਗ ਲਾਉਣਾ ਪੈਂਦਾ ਔਰ ਵਾਕਈ ਸਾਰਾ ਦੁਨੀਆਦਾਰੀ ਦਾ ਚੱਕਰ ਟੇਢਾ ਘੁੰਮਦਾ ਹੈਗਾ। ਤੇ ਆਪਾਂ ਸਿੱਧੇ ਸਾਦੇ ਬਣ ਕੇ ਰੱਬ ਦੇ ਬੰਦੇ ਛਣ ਕੇ, ਖਾਸ ਤੌਰ 'ਤੇ ਪੰਜਾਬ ਦੇ ਵਿੱਚ ਪੰਜਾਬੀ ਜਿਹੜਾ ਮੈਂ ਪੰਜਾਬੀ ਹੈਗਾ ਦਾ ਮਤਲਬ ਇਹ ਕਿ ਸਾਰੀ ਪੰਜਾਬ ਦਾ ਜੰਪਲ ਔਰ ਸਾਰੀ ਉਮਰ ਪੰਜਾਬ ਦਾ ਰਹਿਣ ਵਾਲਾ, ਤੇ ਉਸ ਦੇ ਵਿੱਚ ਸਾਨੂੰ ਗੁਰੂਆਂ ਨੇ ਬਹੁਤ ਚੰਗਾ ਇਨਸਾਨ ਬਣ ਕੇ ਰਹਿਣਾ ਸਿਖਾਇਆ ਸੀਗਾ। ਸਾਰੇ ਗ੍ਰੰਥਾਂ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਨੀ ਕੁਛ ਬਾਣੀ ਲਿਖੀ ਹੈਗੀ ਆ, ਆਪਾਂ ਉਹ ਪੜ੍ਹੀਏ ਉਸ 'ਤੇ। ਲੇਕਿਨ ਇਹ ਅਨਫੋਰਚੂਨੇਟ ਇਹ ਵੀ ਹੈਗਾ ਵੀ ਆਪਾਂ ਧਰਮਾਂ ਦੇ ਵਿੱਚ ਪੜ੍ਹਦੇ ਹੈਗੇ ਆ ਲੇਕਿਨ ਉਸ 'ਤੇ ਅਮਲ ਬਹੁਤ ਘੱਟ ਕਰਦੇ ਹਾਂ। ਤੇ ਆਪਾਂ ਇੱਕ ਵਾਰੀ ਅਮਲ ਕਰਕੇ ਦੇਖੋ ਕਿ 5 ਸਾਲ ਦਾ 10 ਸਾਲ ਦਾ ਟਾਈਮ ਦੇ ਕੇ ਦੇਖੋ ਆਪਣੇ ਆਪ ਨੂੰ ਕਿ ਅੱਜ ਤੋਂ ਬਾਅਦ ਮੈਂ ਸਹੁੰ ਖਾਨਾ ਕਿ ਮੈਂ ਆਪਾਂ ਉਸ 'ਤੇ ਧਰਮ 'ਤੇ ਚੱਲਾਂਗੇ, ਓਨੈਸਟੀ 'ਤੇ ਚੱਲਾਂਗੇ। ਤੇ ਉਹ ਜਿਹੜਾ ਹੈਗਾ ਤੁਸੀਂ ਉਸ ਕੰਮ ਉਹਨੇ ਟਾਈਮ 10 ਸਾਲ ਦੇਖੋ ਤਾਂ ਅਸੀਂ ਜੀ ਕੇ ਕਿ ਕਿਸੇ ਨੂੰ ਮੂਰਖ ਨਹੀਂ ਬਣਾਉਣਾ, ਕਿਸੇ ਨੂੰ ਝੂਠ ਨਹੀਂ ਬੋਲਣਾ, ਡਰਾਮਾ ਨਹੀਂ ਕਰਨਾ, ਗਲਤ ਨਹੀਂ ਕਰਨਾ, ਲੁੱਟ ਖਸੁੱਟ ਨਹੀਂ ਕਰਨੀ, ਗਾਲ ਨਹੀਂ ਕੱਢਣੀ, ਬਦਤਮੀਜੀ ਨਹੀਂ ਕਰਨੀ, ਜਿਹਨੂੰ ਕਹਿੰਦੇ ਮਿਸਬਿਹੇਵੀਅਰ ਨਹੀਂ ਕਰਨਾ, ਡਰਾਮਾ ਨਹੀਂ ਕਿਸੇ ਨਾਲ ਕਰਨਾ। ਪ੍ਰੋਫਿਟ ਤਾਂ ਸਾਰੇ ਲੈਂਦੇ ਆ। 5 ਰੁਪਏ ਦੀ ਚੀਜ਼ ਕੋਈ ਆਉਂਦੀ ਹੈ ਤਾਂ 6 ਦੀ ਵੇਚਣੀ ਹੈ, ਉਹ ਕੋਈ ਨਹੀਂ ਨਾ ਕਰਦਾ। ਆਪਣਾ ਪ੍ਰੋਫਿਟ ਲਓ, ਖਾਓ ਪੀਓ, ਆਪਣਾ ਸਾਰਾ ਵਧੀਆ ਕੰਮ। ਔਰ ਮੈਂ ਮੇਰੀ ਆਪਣੀ ਤਜਰਬੇ ਦੀ ਗੱਲ ਇਹ ਦੱਸਦਾ ਕਿ ਓਨੈਸਟੀ ਦੇ ਨਾਲ ਥੋੜ੍ਹਾ ਜਿਹਾ ਸਲੋ ਹੋ ਸਕਦਾ ਲੇਕਿਨ ਜ਼ਿਆਦਾ ਪ੍ਰੋਫਿਟ ਹੋਏਗਾ, ਫੇਲ ਨਹੀਂ ਹੋਏਗਾ ਕਦੇ ਬੰਦਾ।
ज़्यादा फायदा होएगा, नुकसान नहीं होएगा। सो ये माफ़ी चाहना, लेकिन मेरे बड़े सारे दोस्त ਜਿਹੜੇ कि 10-10 15-15 ਸਾਲਾਂ ਤੋਂ ਮੇਰੇ ਨਾਲ ਜੁੜੇ ਹੋਏ ਨੇ, ਦੋਸਤ ਦਾ ਮਤਲਬ ਇਹੋ ਜਿਹੇ ਜਿਨ੍ਹਾਂ ਨੇ 5 ਵੀਜ਼ੇ ਲਵਾਏ, 10 15 20 ਜਿਹੜੇ ਬਸ ਕਮਿਟਡ ਨੇ, ਪਾਇਨੀਅਰ ਦੇ ਨਾਲ ਜੁੜੇ ਹੋਏ ਨੇ। ਔਰ ਮੇਰੀ ਅਨਫੋਰਚੂਨੇਟ ਗੱਲ ਹੈਗੀ ਹੈ, ਕਿਸਮਤ ਚੰਗੀ ਨਹੀਂ ਕਿ ਮੈਂ ਉਹਨਾਂ ਨਾਲ ਬਹੁਤ ਚੰਗੀ ਤਰ੍ਹਾਂ ਬੈਠ ਕੇ ਚਾਹ ਦਾ ਕੱਪ ਵੀ ਸ਼ੇਅਰ ਨਹੀਂ ਕਰ ਸਕਦਾ, ਟਾਈਮ ਦੀ ਘਾਟ ਕਰਕੇ, ਕਿਉਂਕਿ ਟਾਈਮ ਮੈਨੂੰ ਯੂਜ਼ ਕਰਨਾ ਹੁੰਦਾ। ਇੰਨੇ ਸਾਰੇ ਹਜ਼ਾਰਾਂ ਕੀ ਲੱਖਾਂ ਲੋਕ ਨੇ ਜਿਹੜੇ ਮੇਰੀ ਉਮੀਦ ਕਰਦੇ ਨੇ, ਮੈਨੂੰ ਮਿਲਣ ਵਾਸਤੇ ਤਰਸਦੇ ਵਾਲੀ ਗੱਲ ਹੈਗੀ ਹੈ, ਔਰ ਗੱਲ ਕਰਨਾ ਚਾਹੁੰਦੇ ਨੇ ਕਿ ਮੇਰਾ ਕੰਮ ਹੋ ਜਾਵੇ ਕਿਸੇ ਤਰੀਕੇ ਨਾਲ। ਰਵੀ ਗਰਗ ਜੇ ਮੇਰਾ ਕੰਮ ਦੇਖ ਲਵੇ, ਆਪ ਦੇਖ ਲਵੇ ਤੇ ਕੰਮ ਹੋ ਜਾਏਗਾ ਮੇਰਾ। ਸੋ ਮੇਰਾ ਟਾਈਮ ਮੈਂ ਉਹਨਾਂ ਨੂੰ ਦੇਣਾ ਚਾਹੁੰਦਾ ਹੈਗਾ, ਔਰ ਜਿਨ੍ਹਾਂ ਦਾ ਕੰਮ ਹੋ ਜਾਂਦਾ ਉਹਨਾਂ ਨੂੰ ਮੈਂ ਉਹਨਾਂ ਨੂੰ ਬਸ ਸਤਿ ਸ੍ਰੀ ਅਕਾਲ ਕਰਕੇ ਅੱਗੇ ਹੋ, ਬਸ ਅੱਗੇ ਜ਼ਿੰਦਗੀ ਨੂੰ ਵਧੀਆ ਜੀਓ। ਮੇਰੀ ਤੁਹਾਨੂੰ ਜਿਹੜੀ ਹੈ ਗੁੱਡ ਵਿਸ਼ੇਸ ਕਹਿ ਕੇ ਅੱਗੇ ਤੋਰ ਦਈਦਾ, ਤੇ ਜਿਹੜੀ ਰੱਬ ਨੇ ਡਿਊਟੀ ਦਿੱਤੀ ਉਸ ਨੂੰ ਨਿਭਾਉਣ ਵਾਸਤੇ ਫਿਰ ਦੁਬਾਰਾ ਜਿਹੜਾ ਹੈਗਾ ਹੋਰ ਨਵੇਂ ਸਟੂਡੈਂਟਸ ਵੱਲ ਦੇਖੀਦਾ ਹੈ। ਸੋ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ, ਤੇ ਮੇਰੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿਹੜਾ ਤੁਸੀਂ ਮੈਨੂੰ ਚੂਜ਼ ਕਰਦੇ ਹੋ, ਪਿਆਰ ਕਰਦੇ ਹੋ, ਮਾਣ ਦਿੰਦੇ ਹੋ। ਔਰ ਜਿਹੜੀਆਂ ਮੈਂ ਡੇਟਾਂ ਦੱਸੀਆਂ ਸ਼ੁਰੂ ਦੇ ਵਿੱਚ, ਜਦੋਂ ਲਾਈਵ ਸੈਸ਼ਨ ਸ਼ੁਰੂ ਹੋਇਆ ਸੀ, ਉਹਦੇ 'ਚ ਡੇਟਾਂ ਦੱਸੀਆਂ ਸੀਗੀਆਂ, ਉਹ ਡੇਟਾਂ ਤੁਸੀਂ ਸੁਣ ਕੇ ਉੱਥੇ ਤੁਸੀਂ ਮਿਲ ਸਕਦੇ ਹੋ। ਫੋਨ ਕਰੋ, ਅਪਾਇੰਟਮੈਂਟ ਲੈ ਲਓ, ਔਰ ਅਪਾਇੰਟਮੈਂਟ ਦੇਣ ਦੇ ਬਾਵਜੂਦ ਵੀ ਅਗਰ ਤੁਹਾਨੂੰ ਵੇਟ ਕਰਨਾ ਪੈਂਦਾ ਤੇ ਪਲੀਜ਼ ਕਿਸੇ ਨਾਲ ਮਨਮੁਟਾਵ, ਲੜਾਈ ਝਗੜਾ ਨਹੀਂ ਕਰਨਾ ਮੇਰੇ ਸਟਾਫ ਦੇ ਨਾਲ। ਉਹ ਵਿਚਾਰੇ ਮਜਬੂਰ ਹੁੰਦੇ ਨੇ, ਜਦੋਂ ਮੈਂ ਕਿਸੇ ਨੂੰ ਸਾਹਮਣੇ ਬਿਠਾਉਣਾ ਹੈਗਾ ਤੇ ਉਹ ਕਈ ਵਾਰੀ ਕੇਸ ਕੰਪਲੀਕੇਟਡ ਹੁੰਦੇ ਨੇ, ਟਾਈਮ ਲੱਗ ਜਾਂਦਾ ਹੈਗਾ। ਮੰਨ ਲਓ ਕਿ 11 ਵਜੇ ਦੀ ਅਪਾਇੰਟਮੈਂਟ ਦਿੱਤੀ ਹੈ ਤੇ ਤੁਹਾਨੂੰ 11:30 12 ਵੀ ਵੱਜ ਜਾਣ, ਕੋਈ ਵੱਡੀ ਗੱਲ ਨਹੀਂ ਹੈ। ਪਲੀਜ਼ ਮੇਰੀ ਮਿਹਨਤ ਕੇ ਟਾਈਮ ਕੱਢ ਕੇ ਆਓ, ਲੇਕਿਨ ਇਸ ਗੱਲ ਦਾ ਵਾਅਦਾ ਵੀ ਕਿ 100% ਓਨੈਸਟੀ, ਟਰਾਂਸਪੇਰੈਂਸੀ, ਕੇਅਰ। ਔਰ ਜਿਹੜਾ ਕੰਮ ਨਹੀਂ ਵੀ ਹੋਣ ਵਾਲਾ, ਰੱਬ ਲੋਕ ਕਹਿੰਦੇ ਨੇ ਜਿਹੜਾ ਕੰਮ ਨਹੀਂ ਵੀ ਹੋਣ ਵਾਲਾ ਉੱਥੇ ਚਲੇ ਜਾਓ ਤੇ ਹੋ ਜਾਏਗਾ। ਗਰੰਟੀ ਤਾਂ ਨਹੀਂ ਹੈਗੀ ਮੇਰੀ, ਲੇਕਿਨ ਓਨੈਸਟੀ ਦੀ ਗਰੰਟੀ ਹੈ ਔਰ ਮੇਰੀ ਕੇਅਰ ਦੀ ਗਰੰਟੀ ਹੈ। ਦੋ ਚੀਜ਼ਾਂ ਮਿਲ ਜਾਣ ਕਿਤੇ ਤਾਂ ਹੋਰ ਕੀ ਚਾਹੀਦਾ। ਸੋ ਤੁਹਾਡਾ ਦੋਸਤ ਤੁਹਾਡੇ ਵਾਸਤੇ ਹਮੇਸ਼ਾ ਹਾਜ਼ਰ। ਅਗਲੇ ਸ਼ਨੀਵਾਰ ਇੱਕ ਗੱਲ ਨੋਟ ਕਰਨੀ ਹੈ, ਆਪਾਂ ਹੁਣ ਟਾਈਮ ਚੇਂਜ ਕਰ ਲਿਆ ਕਿਉਂਕਿ ਮੈਂ ਇੰਡੀਆ ਆ ਗਿਆ। ਪਹਿਲਾਂ ਇੱਥੇ ਜਦੋਂ 10 ਵੱਜਦੇ ਸੀ ਤੇ ਮੇਰੇ ਉੱਥੇ ਰਾਤ ਦੇ 11:30 ਵੱਜ ਜਾਂਦੇ ਸੀ, 10:30 11:30, ਤੇ ਲੇਟ ਕਾਫੀ ਹੋ ਜਾਂਦਾ ਸੀ ਰਾਤ ਨੂੰ, ਤੇ 10 ਵਜੇ ਕਰੀਦਾ ਸੀ। ਹੁਣ ਇੱਥੇ ਇੰਡੀਆ ਦੇ ਵਿੱਚ ਆ ਕੇ 11 ਵਜੇ ਟਾਈਮ ਹੋ ਗਿਆ ਹੈਗਾ। 11 ਵਜੇ ਜੁੜਨਾ ਸਾਰਿਆਂ ਨੇ ਮੇਰੇ ਨਾਲ। ਔਰ ਇਹ ਜਿੰਨੀਆਂ ਪੋਸਟਾਂ ਨੇ ਇੰਸਟਾਗ੍ਰਾਮ ਔਰ YouTube ਔਰ ਇਹ ਜਿਹੜੀ ਫੇਸਬੁੱਕ, ਇਸ ਨੂੰ ਲਾਈਕ ਜ਼ਰੂਰ ਕਰਨਾ। ਇਸ ਦੇ ਨਾਲ ਕੰਪਨੀ ਦੀ ਔਰ ਮੇਰੀ ਪਾਵਰ ਵੱਧਦੀ ਹੈ, ਸੱਚਾਈ ਦੀ, ਓਨੈਸਟੀ ਦੀ ਪਾਵਰ ਵੱਧਦੀ ਹੈਗੀ। ਸ਼ੇਅਰ ਜ਼ਰੂਰ ਕਰਨਾ, ਸ਼ੇਅਰ ਕਰਨ ਨਾਲ ਇਹ ਪੋਸਟ ਤੁਹਾਡੇ ਫਰੈਂਡਸ, ਜਿੰਨੇ ਤੁਹਾਡੇ ਫੇਸਬੁੱਕ ਤੇ ਫਰੈਂਡਸ ਨੇ, ਉਹਨਾਂ ਕੋਲ ਵੀ ਚਲੀ ਜਾਊਗੀ, ਅੱਗੇ ਗੱਲ ਪਹੁੰਚੂਗੀ, ਅੱਗੇ ਦੀ ਅੱਗੇ ਗੱਲ ਪਹੁੰਚੂਗੀ। ਸ਼ੇਅਰ ਜ਼ਰੂਰ ਕਰਨਾ। ਇਹ ਇੱਕ ਸਮਾਜ ਸੇਵਾ ਮੈਂ ਸਮਝਦਾ ਔਰ ਇੱਕ ਚੰਗਾ ਕੰਮ ਹੈਗਾ, ਔਰ ਮੇਰੇ ਵਾਸਤੇ ਫੇਵਰ ਹੈਗੀ ਹੈ, ਕੰਪਨੀ ਵਾਸਤੇ ਫੇਵਰ ਹੈਗੀ, ਜਿਹੜੀ ਤੁਹਾਡੀ ਸੇਵਾ ਦੇ ਵਿੱਚ ਇੰਨੇ ਸਾਲਾਂ ਤੋਂ ਲੱਗੀ ਹੋਈ ਹੈਗੀ ਹੈ, ਤਾਂ ਕਿ ਲੋਕ ਵੀ ਇਸ ਚੀਜ਼ ਦਾ ਫਾਇਦਾ ਚੱਕ ਸਕਣ। ਔਰ ਫਿਰ ਦੁਬਾਰਾ ਯਾਦ ਦਵਾ ਰਿਹਾ ਕਿ ਕੰਪਨੀ ਦੀ ਕੋਈ ਫੀਸ ਨਹੀਂ ਹੈਗੀ। ਵੈਲਕਮ, ਤੇ ਸੇਵਾ ਦਾ ਮੌਕਾ ਦੇਣ ਵਾਸਤੇ ਧੰਨਵਾਦ। ਅਗਲੇ ਸ਼ਨੀਵਾਰ ਨੂੰ ਸਵੇਰੇ 11 ਵਜੇ ਫਿਰ ਦਰਸ਼ਨ ਕਰੂੰਗਾ ਤੁਹਾਡੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।